ਗਿਆਨ ਧਿਆਨ ਕਿਛ ਕਰਮ ਨ ਜਾਣਾ। ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀਜੈ, ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਪਹਿਲਾ। ਖਟਮਟ ਦੇਹੀ ਮਨ ਬੈਰਾਗੀ, ਸੁਰਤ ਸ਼ਬਦ ਧੁਨ ਅੰਤਰ ਜਾਗੀ। ਵਾਜੇ ਅਨਹਦ ਅਨਹਦ ਮੇਰਾ ਮਨ ਲੀਨਾ, ਗੁਰ ਬਚਨੀ ਸਚ ਨਾਮ ਪਤੀਨਾ। ਖਟਮਟ ਦੇਹੀ ਮਨ ਬੈਰਾਗੀ, ਸੁਰਤ ਸ਼ਬਦ ਧੁਨ ਅੰਤਰ ਜਾਗੀ। ਵਾਜੇ ਅਨਹਦ ਮੇਰਾ ਮਨ ਲੀਨਾ, ਗੁਰ ਬਚਨੀ ਸਚ ਨਾਮ ਪਤੀਨਾ। ਪ੍ਰਾਣੀ ਰਾਮ ਭਗਤ ਸੁਖ ਪਾਈਐ, ਗੁਰਮੁਖ ਹਰਿ ਹਰਿ ਮਿਠਾ ਲਾਗੈ। ਹਰਿ ਹਰਿ ਨਾਮ ਸਮਾਈਐ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਤਸਲ ਅੰਤਰਜਾਮੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ, ਪੰਜ ਬਾਣੀਆਂ ਦਾ ਨਿਤਨੇਮ, ਆਸਾ ਕੀ ਵਾਰ ਦੇ ਕੀਰਤਨ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹੋਏ ਹਨ। ਗਰੀਬ ਨਵਾਜ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਆਪਣੀ ਅੰਮ੍ਰਿਤਮਈ ਦੀ ਦਾਲ ਬਖਸ਼ਿਸ਼ ਕੀਤੀ। ਅੱਜ ਸਾਧ ਸੰਗਤ ਜੀ 15 ਪੋਹ ਦਾ ਦਿਨ ਹੈ। ਇਹ ਜਿਹੜੇ ਦਿਨ ਚੱਲ ਰਹੇ ਹਨ, ਜਿਵੇਂ 13 ਪੋਹ ਨੂੰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ, 14 ਪੋਹ ਨੂੰ ਮਾਤਾ ਜੀ ਅਤੇ ਛੋਟੇ ਲਾਲਾਂ ਦੇ ਅੰਤਮ ਸੰਸਕਾਰ ਦਾ ਦਿਹਾੜਾ, ਜੋ ਦੀਵਾਨ ਟੋਡਰ ਮਲ ਜੀ ਨੇ ਸੇਵਾ ਕੀਤੀ, ਸੋਨੇ ਦੀਆਂ ਮੋਹਰਾਂ ਵਿਛਾ ਕੇ ਥਾਂ ਲਿਆ। ਔਰ ਇਹਨਾਂ ਦਿਨਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਵੇਂ ਮਾਛੀਵਾੜੇ ਪਿੰਡ ਦੇ ਵਿੱਚ ਭਾਈ ਗੁਲਾਬੇ ਅਤੇ ਪੰਜਾਬੇ
ਮਸੰਦ ਦੇ ਘਰ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਜਾਣਾ ਕੀਤਾ। ਆਪਣੇ ਬਾਗ ਦੇ ਵਿੱਚੋਂ ਭਾਈ ਗੁਲਾਬਾ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਕੇ ਆਪਣੇ ਘਰੇ ਲੈ ਕੇ ਗਿਆ। ਉਹਦੇ ਮਨ ਵਿੱਚ ਬਹੁਤ ਪ੍ਰੇਮ ਸੀ, ਬੜੀ ਭਾਵਨਾ ਸੀ, ਔਰ ਉਹਨੇ ਚੁਬਾਰਾ ਨਵਾਂ ਪਾਇਆ ਹੋਇਆ ਸੀ। ਘਰ ਵਿੱਚ ਤਾਂ ਨਿਵਾਸ ਪਹਿਲਾਂ ਦਾ ਸੀ ਉਹਦੇ, ਪਰ ਚੁਬਾਰੇ ਦੇ ਵਿੱਚ ਉਹਨੇ ਪ੍ਰਵੇਸ਼ ਨਹੀਂ ਸੀ ਕੀਤਾ। ਤੇ ਉਹਦੇ ਮਨ ਦੀ ਭਾਵਨਾ ਸੀ ਵੀ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪੈਣ ਚੁਬਾਰੇ, ਤੇ ਫਿਰ ਮੈਂ ਚੁਬਾਰੇ 'ਚ ਰਹਿائش ਕਰਾਂ। ਤੇ ਗਰੀਬ ਨਵਾਜ ਸਾਹਿਬ ਜੀ ਨੂੰ ਬੇਨਤੀ ਕਰਕੇ ਘਰੇ ਲੈ ਕੇ ਜਾਂਦਾ ਹੈ। ਇਹ 9 ਪੋਹ ਦੀ ਰਾਤ ਨੂੰ ਮਹਾਰਾਜ ਸਾਹਿਬ ਜੀ ਉਹਦੇ ਘਰੇ ਜਾਂਦੇ ਹਨ। ਸ਼ਾਮ ਨੂੰ ਰਾਤ ਦੇ ਮੌਕੇ 'ਤੇ ਪ੍ਰਸ਼ਾਦਾ ਪਾਣੀ ਛਕ ਕੇ ਬਰਾਜਦੇ। ਅਗਲਾ ਦਿਨ ਹੁੰਦਾ ਹੈ, ਅੰਮ੍ਰਿਤ ਵੇਲੇ ਦਾ ਇਸ਼ਨਾਨ ਉਹਦੇ ਘਰੇ ਕਰਦੇ। ਵਸਤਰ ਗਰੀਬ ਨਵਾਜ ਸਾਹਿਬ ਜੀ ਜਿਵੇਂ ਬਦਲਦੇ ਹਨ। ਫਿਰ ਅਗਲੀ ਰਾਤ ਵੀ ਲੰਘਦੀ ਹੈ। ਤਾਂ ਇਸ ਤਰ੍ਹਾਂ 2 ਦਿਨ ਮਹਾਰਾਜ ਸਾਹਿਬ ਜੀ ਜਦੋਂ ਉਹਦੇ ਘਰੇ ਰਹੇ, ਤਾਂ ਫਿਰ ਰਾਤ ਦੇ ਮੌਕੇ 'ਤੇ ਸਵਾ ਪਹਿਰ ਦੇ ਤੜਕੇ ਹੀ ਗੁਰੂ ਸਾਹਿਬ ਜੀ ਅੱਗੇ ਉਹਨੇ ਇੱਕ ਖੇਸ ਤੇ 5 ਰੁਪਈਏ ਉੱਤੇ ਰੱਖ ਕੇ ਮੱਥਾ ਟੇਕਿਆ। ਉਹਦਾ ਭਾਵ ਸੀ ਵੀ ਗੁਰੂ ਸਾਹਿਬ ਜੀ ਹੁਣ ਤੁਸੀਂ ਚਲੇ ਜਾਓ। ਡਰ ਗਿਆ ਬਹੁਤ ਜ਼ਿਆਦਾ ਵੀ ਆਲੇ ਦੁਆਲੇ ਹਜ਼ਾਰਾਂ ਫੌਜ ਫਿਰਦੀ ਹੈ, ਤਾਂ ਮੈਨੂੰ ਫੜ ਲਵੇਗੀ ਵੀ ਤੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਘਰੇ ਬਿਠਾਇਆ ਹੋਇਆ ਹੈ। ਸਤਿਗੁਰੂ ਜੀ ਨੇ 3 ਵਾਰੀ ਬਚਨ ਕੀਤਾ ਵੀ ਤਕੜਾ ਹੋ, ਧੀਰਜ ਰੱਖ। ਜਿਵੇਂ ਪਹਿਲਾਂ ਤੇਰੇ ਮਨ ਵਿੱਚ ਪ੍ਰੇਮ ਸੀ, ਉਸੇ ਤਰ੍ਹਾਂ ਤਕੜਾ ਹੋ। ਕਹਿੰਦਾ ਮਹਾਰਾਜ ਮੈਂ ਗਰੀਬ ਮਾਰਿਆ ਜਾਵਾਂਗਾ। ਸਤਿਗੁਰੂ ਕਹਿੰਦੇ ਜਿਹਦਾ ਗੁਰੂ ਡਾਢਾ ਹੋਵੇ, ਸਿੱਖ ਵੀ ਡਾਢੇ ਹੁੰਦੇ ਆ, ਤਕੜਾ ਹੋ। ਪਰ ਬਹੁਤਾ ਜ਼ਿਆਦਾ ਡਰ ਚੁੱਕਾ ਸੀ। ਸਤਿਗੁਰੂ ਕਹਿੰਦੇ ਵੀ ਰਹਿ ਫਿਰ ਤੂੰ ਮਾੜਾ ਹੀ, ਅਸੀਂ ਤੇ ਤੈਨੂੰ ਤਕੜਾ ਕਰਨਾ ਚਾਹੁੰਦੇ ਸੀ, ਤੈਨੂੰ ਜ਼ੋਰਾਵਰ ਪਦ ਦੇਣਾ ਚਾਹੁੰਦੇ ਸੀ, ਤਕੜੀ ਪਦਵੀ ਦੇਣਾ ਚਾਹੁੰਦੇ ਸੀ, ਪਰ ਤੇਰੇ ਭਾਗਾਂ ਵਿੱਚ ਨਹੀਂ ਹੈ। ਫਿਰ ਮਹਾਰਾਜ ਸਾਹਿਬ ਨੇ ਆਖਿਆ ਵੀ ਇੱਥੇ ਮਾਛੀਵਾੜੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਮਾਤਾ ਹੈ, ਉਹ ਅੱਗੇ ਵੀ ਸਾਨੂੰ ਵਸਤਰ ਭੇਟ ਕਰਦੀ ਹੈ, ਉਹਦੀ ਭਾਵਨਾ ਹੈ, ਤੇ ਉਸ ਨੂੰ ਦੱਸ ਸਾਡੇ ਬਾਰੇ ਜਾ ਕੇ, ਤੇ ਉਹ ਵਸਤਰ ਸਾਡੇ ਵਾਸਤੇ ਉਹਨੇ ਕੱਤ ਕੇ ਰੱਖੇ ਆ, ਉਹ ਸਾਨੂੰ ਭੇਟ ਕਰੇ। ਫਿਰ ਭਾਈ ਗੁਲਾਬਾ ਜਾਂਦਾ ਉਸ ਮਾਈ ਦੇ ਘਰੇ, ਉਹਨੂੰ ਲੱਭ ਕੇ ਬੇਨਤੀ ਕਰਕੇ ਸਾਰਾ ਭੇਤ ਦਿੰਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੇ ਘਰੇ ਆਏ ਹੋਏ ਆ 3 ਸਿੰਘਾਂ ਦੇ ਸਮੇਤ, ਤੇ ਆਪ ਜੀ ਨੂੰ ਬੁਲਾਇਆ ਹੈ। ਤੁਸੀਂ ਜੋ ਭੇਟਾ ਵਸਤਰ ਮਹਾਰਾਜ ਵਾਸਤੇ ਤਿਆਰ ਕੀਤਾ ਉਹ ਲੈ ਆਓ। 2 ਉਸਨੇ ਥਾਨ ਤਿਆਰ ਕੀਤੇ ਹੋਏ ਸੀ ਗੁਰੂ ਸਾਹਿਬ ਜੀ ਵਾਸਤੇ। ਉਹ ਬਜ਼ੁਰਗ ਮਾਈ ਲੈ ਕੇ ਆਉਂਦੀ ਭਾਈ ਗੁਲਾਬੇ ਦੇ ਨਾਲ, ਚੁਬਾਰੇ ਵਿੱਚ ਆ ਕੇ ਕਲਗੀਧਰ ਪਾਤਸ਼ਾਹ ਜੀ ਨੂੰ 2 ਥਾਨ ਭੇਟ ਕਰਕੇ ਨਮਸਕਾਰ ਕਰਦੀ ਹੈ। ਸਤਿਗੁਰੂ ਜੀ ਕਹਿੰਦੇ ਵੀ ਤੇਰੀ ਭਾਵਨਾ ਸੀ ਵੀ ਮੈਂ ਅਖੀਰ ਤੀਕ ਵਸਤਰ ਭੇਟ ਕਰਾਂ, ਤੇ ਤੇਰੀ ਆਖਰੀ ਭੇਟ ਅਸੀਂ ਲੈ ਲਈ। ਹੁਣ ਤੇਰਾ ਸਮਾਂ ਪੂਰਾ ਹੋ ਗਿਆ ਹੈ, ਤੇ ਤੈਨੂੰ ਅਸੀਂ ਉੱਚੀ ਪਦਵੀ ਬਖਸ਼ਿਸ਼ ਕੀਤੀ। ਉਹ ਮਾਈ ਦੀ ਸੇਵਾ ਮਹਾਰਾਜ ਨੇ ਸਫਲ ਕੀਤੀ, ਮਾਛੀਵਾੜੇ ਦੀ ਜੋ ਮਾਈ। ਫਿਰ ਭਾਈ ਗੁਲਾਬੇ ਨੂੰ ਆਖਿਆ ਇਹ ਦੋਵੇਂ ਥਾਨ ਲੈ ਕੇ ਇੱਕ ਦੀ ਚਾਦਰ ਬਣਾ ਲਾ ਖੁੱਲ੍ਹੀ ਜੀ, ਇੱਕ ਦਾ ਚੋਲਾ ਖੁੱਲ੍ਹਾ ਬਣਾ ਲਾ, ਦਰਜੀ ਤੋਂ ਤਿਆਰ ਕਰਵਾ ਕੇ ਲਿਆ। ਉਹ ਤਿਆਰ ਕਰਵਾਇਆ। ਫਿਰ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਹੁਣ ਲਲਾਰੀ ਤੋਂ ਨੀਲੇ ਰੰਗ ਦੇ ਰੰਗਾ ਕੇ ਲਿਆ। ਫਿਰ ਨੀਲਾ ਰੰਗ ਚੋਲੇ ਨੂੰ ਵੀ ਤੇ ਚਾਦਰ ਨੂੰ ਵੀ ਚਾੜਿਆ ਗਿਆ। ਉੱਥੇ ਹੀ ਗਣੀ ਖਾਂ ਤੇ ਨਬੀ ਖਾਂ ਦੋਵੇਂ ਪਠਾਨ ਭਰਾ ਮਹਾਰਾਜ ਨੂੰ ਆ ਕੇ ਮਿਲੇ ਸੀ ਭਾਈ ਗੁਲਾਬੇ ਦੇ ਘਰੇ। ਇਹ ਕੁਝ ਸਮਾਂ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੌਕਰ ਵੀ ਰਹੇ ਸੀ, ਫੌਜ ਦੇ ਵਿੱਚ ਭਰਤੀ ਵੀ ਰਹੇ ਸੀ, ਔਰ ਇਹਨਾਂ ਨੇ ਕਈ ਵਾਰੀ ਵਧੀਆ ਵਧੀਆ ਨਸਲ ਦੇ ਘੋੜੇ ਲਿਆ ਕੇ ਵੀ ਕਲਗੀਧਰ ਪਾਤਸ਼ਾਹ ਜੀ ਨੂੰ ਵੇਚੇ ਸੀ ਅਨੰਦਪੁਰ ਸਾਹਿਬ। ਇਹਨਾਂ ਦਾ ਆਉਣ ਜਾਣ ਪਹਿਲਾਂ ਵੀ ਸੀ। ਇਹਨਾਂ ਦੇ ਮਨ ਵਿੱਚ ਬੜੀ ਭਾਵਨਾ ਤੇ ਪ੍ਰੇਮ ਕਿ ਅਸੀਂ ਗੁਰੂ ਸਾਹਿਬ ਜੀ ਦੇ ਕੋਲੇ ਨੌਕਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਰਹੇ ਹਾਂ, ਇਸ ਮੌਕੇ 'ਤੇ ਹੁਣ ਗੁਰੂ ਸਾਹਿਬ ਜੀ ਦੀ ਸਾਨੂੰ ਕੋਈ ਸੇਵਾ ਕਰਨੀ ਚਾਹੀਦੀ ਹੈ। ਇਹਨਾਂ ਦੋਨਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਸਾਨੂੰ ਕੋਈ ਸੇਵਾ ਦੀ ਆਗਿਆ।
ਤੇ ਗਰੀਬ ਨਵਾਜ ਕਹਿੰਦੇ ਵੀ ਤੁਸੀਂ ਕੁਝ ਦਿਨ ਸਾਡੇ ਨਾਲ ਰਹੋ, ਅਸੀਂ ਇੱਥੋਂ ਅੱਗੇ ਜਾਣਾ ਹੈ, ਜਦੋਂ ਅਸੀਂ ਖੁਸ਼ੀ ਦੇ ਕੇ ਤੁਹਾਨੂੰ ਤੋਰਾਂਗੇ ਉਦੋਂ ਤੁਸੀਂ ਵਾਪਸ ਆਏ। ਤਾਂ ਫਿਰ ਮਹਾਰਾਜ ਸਾਹਿਬ ਜੀ ਦੇ ਉਹ ਬਸਤਰ ਆ ਗਏ, ਜਦੋਂ ਨੀਲਾ ਚੋਲਾ ਪਹਿਨ ਲਿਆ, ਚਾਦਰ ਨਾਲ ਲੈ ਲਈ, ਪਲੰਘੇ ਉੱਤੇ ਸੋਹਣਾ ਵਿਛਾਉਣਾ ਵਿਛਵਾ ਲਿਆ ਆ ਕੇ, ਤੇ ਸਾਰਾ ਮਹਾਰਾਜ ਨੇ ਤਿੰਨਾਂ ਸਿੰਘਾਂ ਨੂੰ ਤੇ ਦੋਨਾਂ ਇਹ ਪਠਾਨ ਭਰਾਵਾਂ ਨੂੰ, ਗਣੀ ਖਾਂ ਤੇ ਨਬੀ ਖਾਂ ਨੂੰ ਮਹਾਰਾਜ ਨੇ ਸਾਰੀ ਜੁਗਤੀ ਸਮਝਾਈ ਕਿ ਹੁਣ ਅਸੀਂ ਉੱਚ ਦੇ ਪੀਰ ਬਣ ਕੇ ਇੱਥੋਂ ਫੌਜਾਂ ਦੇ ਵਿੱਚ ਦੀ ਜਾਣਾ ਹੈ। ਗਣੀ ਖਾਂ ਤੇ ਨਬੀ ਖਾਂ ਤੁਸੀਂ ਪਲੰਘੇ ਦੇ ਅਗਲੇ ਪਾਵੇ ਚੁੱਕਣੇ, ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ ਤੁਸੀਂ ਪਿਛਲੇ ਪਾਵੇ ਦੋਵੇਂ ਚੁੱਕਣੇ, ਅਸੀਂ ਪਲੰਘੇ ਤੇ ਬੈਠਾਂਗੇ। ਤੇ ਹੇ ਗਣੀ ਖਾਂ ਨਬੀ ਖਾਂ, ਜਿਹੜਾ ਕੋਈ ਪੁੱਛੇ ਵੀ ਇਹ ਕੌਣ ਆ, ਕਿੱਧਰ ਜਾ ਰਹੇ, ਤੁਸੀਂ ਕਹਿਣਾ ਇਹ ਉੱਚ ਦੇ ਪੀਰ ਆ, ਇਹ ਹਾਜੀ ਆ ਤੇ ਹੱਜ ਕਰਕੇ ਆਏ ਆ ਤੇ ਆਪਣੀ ਮੌਜ ਨਾਲ ਵਿਚਰ ਰਹੇ, ਜਿੱਧਰ ਨੂੰ ਇਹਨਾਂ ਦਾ ਜੀ ਕਰੇ ਉੱਧਰ ਨੂੰ ਜਾਂਦੇ ਆ ਆਪਣੀ ਖੁਸ਼ੀ ਦੇ ਨਾਲ। ਭਾਈ ਦਇਆ ਸਿੰਘ ਜੀ ਨੂੰ ਆਖਿਆ ਵੀ ਤੁਸੀਂ ਆ ਮੋਰ ਦੇ ਖੰਭਾਂ ਦਾ ਮੁੱਠਾ ਹੱਥ ਵਿੱਚ ਲੈ ਕੇ ਚੌਰ ਕਰਨਾ। ਚੌਹਾਂ ਪਾਵਿਆਂ ਨੂੰ, ਪਲੰਘ ਦੇ ਪਾਵਿਆਂ ਨੂੰ ਮੋਰ ਦੇ ਖੰਭ ਬਣਾਏ ਗਏ, ਦੋਨਾਂ ਬਾਹੀਆਂ ਤੇ ਦੋਨਾਂ ਸੇਰੂਆਂ ਨੂੰ ਵੀ ਦੋਹਾਂ ਪਾਸੇ ਮੋਰ ਦੇ ਖੰਭ ਜਿਹੜੇ ਉਹ ਬੰਨੇ ਗਏ ਚਾਰੇ ਪਾਸੇ ਹੀ, ਤੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬੈਠੇ ਆ ਨੀਲਾ ਚੋਲਾ ਪਾ ਕੇ, ਤੇ ਕੇਸ ਅੱਜ ਦਸਤਾਰ ਨਹੀਂ ਸਜਾਈ ਸਤਿਗੁਰੂ ਜੀ ਨੇ, ਕੇਸ ਖੋਲ ਕੇ ਪਿੱਛੇ ਨੂੰ ਛੱਡੇ ਹਨ, ਤੇ ਉੱਤੇ ਮਹਾਰਾਜ ਨੇ ਕੇਸਾਂ ਨੂੰ ਕੱਜ ਲਿਆ ਦਸਤਾਰ ਦੇ ਨਾਲ, ਜਿਵੇਂ ਆਪਾਂ ਕੇਸੀ ਇਸ਼ਨਾਨ ਕਰਕੇ ਉੱਤੇ ਕੇਸ ਕੀ ਲੈ ਕਰਕੇ ਕੇਸ ਹਰੇ ਕਰਦੇ ਹਾਂ। ਖਾਲਸੇ ਦਾ ਬੋਲਾ ਹੈ, ਕੇਸ ਸੁਕਾਉਣੇ ਨਹੀਂ ਕਹਿੰਦੇ, ਖਾਲਸਾ ਕੇਸ ਹਰੇ ਕਰਨੇ ਕਹਿੰਦਾ, ਕਿਉਂਕਿ ਸਾਰੇ ਬੋਲੇ ਮਹਾਰਾਜ ਸਾਹਿਬ ਜੀ ਨੇ, ਕੁਝ ਕਲਗੀਧਰ ਪਾਤਸ਼ਾਹ ਨੇ ਆਪ ਸਿੰਘਾਂ ਨੂੰ ਬੋਲੇ ਬਖਸ਼ਿਸ਼ ਕੀਤੇ, ਤੇ ਕੁਝ ਫਿਰ ਗੁਰੂ ਕੇ ਖਾਲਸੇ ਨੇ ਬੋਲੇ ਬਣਾਏ। ਆਮ ਸੰਸਾਰ ਵਿੱਚ ਬੋਲ ਕਿਹਾ ਜਾਂਦਾ ਹੈ, ਬੋਲੀ ਕਿਹਾ ਜਾਂਦਾ ਹੈ, ਤੇ ਖਾਲਸਾ ਬੋਲੇ ਕਹਿੰਦਾ, ਜਿਵੇਂ ਲੋਕ ਹੋਲੀ ਕਹਿੰਦੇ ਆ ਤੇ ਖਾਲਸਾ ਹੋਲਾ ਕਹਿੰਦਾ, ਹੋਲਾ ਮਹੱਲਾ। ਮਹਾਰਾਜ ਸਾਹਿਬ ਜੀ ਇੱਕ ਨੂੰ 1.25 ਲੱਖ ਕਹਿੰਦੇ ਹਨ। ਗਰੀਬ ਨਵਾਜ ਸਾਹਿਬ ਜੀ ਸਿੱਖ ਦੀ ਬੱਚੀ ਨੂੰ ਤੇ ਬੱਚੇ ਨੂੰ ਭੁਜੰਗੀ ਕਹਿੰਦੇ ਆ, ਬੱਚੀ ਨੂੰ ਭੁਜੰਗਣ ਕਹਿੰਦੇ ਆ। ਇਹ ਕਲਗੀਧਰ ਪਾਤਸ਼ਾਹ ਜੀ ਨੇ ਬੋਲ ਬਖਸ਼ਿਸ਼ ਕੀਤੇ, ਤੇ ਸਿੰਘ ਜਿਸ ਵੇਲੇ ਕੇਸੀ ਇਸ਼ਨਾਨ ਕਰਕੇ ਤੇ ਧੁੱਪੇ ਵਿਚਰਦਾ ਹੈ, ਤੇ ਉੱਤੇ ਕੇਸ ਕੀ ਆਪਾਂ ਰੱਖ ਲੈਂਦੇ ਹਾਂ, ਕੇਸ ਨੰਗੇ ਨਹੀਂ ਰੱਖੇ ਜਾਂਦੇ। ਮਹਾਰਾਜ ਸਾਹਿਬ ਜੀ ਨੇ ਕੇਸ ਪਿੱਛੇ ਨੂੰ ਛੱਡ ਕਰਕੇ ਉੱਤੇ ਦਸਤਾਰ ਰੱਖੀ ਹੋਈ ਹੈ, ਤੇ ਫਿਰ ਨੀਲੀ ਚਾਦਰ ਦੀ ਬੁੱਕਲ ਮਾਰੀ ਹੈ, ਤੇ ਪਲੰਘੇ ਤੇ ਬੈਠੇ ਆ, ਤੇ ਲੰਮੇ ਲੰਮੇ ਕੇਸ ਆ ਸਤਿਗੁਰੂ ਜੀ ਦੇ, ਜਦੋਂ ਚੌਂਕੜਾ ਲਾ ਕੇ ਉੱਤੇ ਬੈਠੇ ਆ ਨਾ, ਤੇ ਪਿੱਛੇ ਪਲੰਘੇ ਤੇ ਥੱਲੇ ਲੱਗਦੇ ਜਾ ਕੇ ਮਹਾਰਾਜ ਦੇ ਕੇਸ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਤਰ੍ਹਾਂ ਉੱਚ ਦੇ ਪੀਰ ਬਣ ਕੇ ਹੁਣ ਮਾਛੀਵਾੜੇ ਦੇ ਬਾਜ਼ਾਰ ਵਿੱਚ ਦੀ ਗਏ। ਗਣੀ ਖਾਂ ਨਬੀ ਖਾਂ ਅਗਲੇ ਪਾਵਿਆਂ ਤੇ ਸੇਵਾ ਕਰ ਰਹੇ ਆ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਪਿਛਲੇ ਪਾਵੇ ਚੁੱਕੇ ਹੋਏ ਆ, ਤੇ ਪਿਆਰੇ ਦਇਆ ਸਿੰਘ ਜੀ ਮੋਰ ਦੇ ਖੰਭਾਂ ਦਾ ਮੁੱਠਾ ਹੱਥ ਵਿੱਚ ਲੈ ਕੇ ਚੌਰ ਕਰਦੇ। ਮਾਛੀਵਾੜੇ ਦੇ ਬਾਜ਼ਾਰ ਥਾਣੀ ਗਏ ਆ, ਲੋਕ ਵੇਖ ਕੇ ਨਮਸਕਾਰਾਂ ਕਰਦੇ ਤੇ ਹੈਰਾਨ ਹੁੰਦੇ, ਕੌਣ ਹਨ ਪੁੱਛਦੇ ਆ। ਗਣੀ ਖਾਂ ਤੇ ਨਬੀ ਖਾਂ ਦੱਸਦੇ ਆ ਵੀ ਇਹ ਉੱਚ ਦੇ ਪੀਰ ਹਨ, ਤੇ ਹੈ ਵੀ ਅਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਨਾਲੋਂ ਉੱਚਾ ਕਿਹੜਾ ਪੀਰ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਵੱਡਾ ਕਿਹੜਾ ਪੀਰ ਹੈ। ਸਤਿਗੁਰੂ ਪੀਰਾਂ ਦੇ ਪੀਰ ਆ, ਇਹ ਤਾਂ ਬਾਦਸ਼ਾਹ ਪੀਰ ਆ, ਬਾਦਸ਼ਾਹ ਪੀਰ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਤਾਂ ਉਸ ਵੇਲੇ 5000 ਫੌਜ ਜਿਹੜੀ ਉਹ ਇੱਥੇ ਕੁਝ ਕੋਹਾਂ ਦੀ ਵਾਟ ਸਤਿਗੁਰੂ ਜਦੋਂ ਗਏ ਆ, ਤੇ ਅੱਗੇ ਇੱਕ ਉਮਰਾਵ 5000 ਫੌਜ ਸਮੇਤ ਉਤਰਿਆ ਹੋਇਆ। ਉਹਨੂੰ ਪਤਾ ਲੱਗਾ, ਉਹਨੇ ਸਿਪਾਹੀਆਂ ਨੂੰ ਆਖਿਆ ਇਹਨਾਂ ਨੂੰ ਰੋਕ ਕੇ ਪੁੱਛੋ ਇਹ ਕੌਣ ਆ, ਕਿੱਧਰ ਜਾ ਰਹੇ। ਸਿਪਾਹੀਆਂ ਨੇ ਪੁੱਛਿਆ, ਉਹਨੇ ਆਖਿਆ ਰਾਤ ਸਾਡੇ ਕੋਲੇ ਰਹੋ। ਨਾਲੇ ਸਿਪਾਹੀਆਂ ਨੂੰ ਆਖਿਆ ਰਾਤ ਨੂੰ ਆਪਾਂ ਜਦੋਂ ਆਪਣਾ ਖਾਣਾ ਤਿਆਰ ਕਰਾਂਗੇ ਉਹ ਖਵਾ ਕੇ ਵੇਖਾਂਗੇ, ਕਿਤੇ ਗੁਰੂ ਗੋਬਿੰਦ ਸਿੰਘ ਹੀ ਨਾ ਭੇਸ ਬਦਲ ਕੇ ਨਿਕਲ ਜਾਣ ਸਾਡੇ ਵਿੱਚ, ਜਿਨ੍ਹਾਂ ਨੂੰ ਫੜਨ ਵਾਸਤੇ ਲੱਖਾਂ ਫੌਜ ਇੱਧਰ ਉੱਧਰ ਵਿਚਰ ਰਹੀ ਹੈ।
ਆਖਰਕਾਰ ਉੱਥੇ ਵੱਖਰਾ ਤੰਬੂ ਮਹਾਰਾਜ ਵਾਸਤੇ ਲਵਾਇਆ ਉਹਨਾਂ ਨੇ। ਉਹਦੇ ਵਿੱਚ ਕਲਗੀਧਰ ਪਾਤਸ਼ਾਹੀ ਦਾ ਪਲੰਘਾ ਸਿੰਘਾਂ ਨੇ ਰੱਖਿਆ ਜਾ ਕੇ। ਫਿਰ ਉਹ ਮਰਾਬ ਨੇ ਆਖਿਆ, ਫੌਜਦਾਰ ਨੇ ਆਖਿਆ ਵੀ ਕੋਈ ਤੁਹਾਡੀ ਸ਼ਾਹਦੀ ਦਵੇ ਤੇ ਫਿਰ ਤੁਹਾਨੂੰ ਜਾਣ ਦਿੱਤਾ ਜਾਵੇਗਾ, ਕੋਈ ਗਵਾਹੀ ਦੇਵੇ ਆ ਕੇ ਵੀ ਤੁਸੀਂ ਠੀਕ ਹੀ ਉੱਚਦੇ ਪੀਰ ਹੋ। ਤੇ ਮਹਾਰਾਜ ਨੇ ਆਖਿਆ ਇੱਥੇ ਹੀ ਮਾਛੀਵਾੜੇ ਫੌਜ ਦੇ ਵਿੱਚ ਨੂਰਪੁਰ ਦਾ ਸੈਯਦ ਹੈ, ਅਨਾਇਤ ਅਲੀ ਉਹਦਾ ਨਾਮ ਹੈ, ਉਸ ਨੂੰ ਬੁਲਾ ਲਿਆ, ਉਹ ਸਾਡੀ ਸ਼ਾਹਦੀ ਦੇਵੇਗਾ, ਗਵਾਹੀ ਭਰੇਗਾ। ਆਖਿਆ ਰਾਤ ਦਾ ਸਮਾਂ ਸੀ, ਹੁਣੇ ਕੋਈ ਸਿਪਾਹੀ ਆਪਣਾ ਭੇਜੋ, ਦਿਨ ਚੜ੍ਹਦੇ ਤੀਕ ਅਨਾਇਤ ਅਲੀ ਆ ਜਾਵੇਗਾ, ਨੂਰਪੁਰ ਦਾ ਸੈਯਦ, ਉਹ ਆ ਕਰਕੇ ਸਾਡੀ ਸ਼ਾਹਦੀ ਭਰ ਦੇਵੇਗਾ। ਜਾ ਕੇ ਦੱਸਿਆ ਗਿਆ, ਉਹ ਆਇਆ, ਕਿਉਂਕਿ ਆਨੰਦਪੁਰ ਸਾਹਿਬ ਮਹਾਰਾਜ ਕੋਲ ਜਾਂਦਾ ਰਹਿੰਦਾ ਸੀ ਅਨਾਇਤ ਅਲੀ, ਸਤਿਗੁਰੂ ਜੀ ਦੇ ਨਾਲ ਮਿਲਦਾ ਰਹਿੰਦਾ ਸੀ। ਔਰ ਇਹ ਵੀ ਜ਼ਿਕਰ ਆਉਂਦਾ ਹੈ ਕਿ ਉਹ ਬਹੁਤ ਵਿਦਵਾਨ ਸੀ, ਅਰਬੀ ਫਾਰਸੀ ਦਾ, ਤੇ ਸਤਿਗੁਰੂ ਜੀ ਵਿਦਵਾਨਾਂ ਦਾ ਬੜਾ ਕਦਰ ਕਰਦੇ, ਇਸ ਕਰਕੇ ਆਨੰਦਪੁਰ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਉਹ ਕਈ ਵਾਰੀ ਗਿਆ। ਉਹਨੇ ਗੁਰੂ ਸਾਹਿਬ ਜੀ ਨੂੰ ਸਿਆਣਿਆ, ਜਦੋਂ ਆਇਆ ਉਹਨੇ ਆਖਿਆ ਇਹ ਠੀਕ ਹੀ ਉੱਚਦੇ ਪੀਰ ਹੀ ਆ, ਇਹ ਆਪਣੀ ਮੌਜ ਵਿੱਚ ਹੀ ਵਿਚਰਦੇ, ਇਹ ਬੜੇ ਉੱਚੇ ਪੀਰ, ਇਹ ਬਹੁਤ ਵੱਡੇ ਪੀਰ। ਉਹ ਰਾਤ ਦੇ ਮੌਕੇ ਤੇ ਜਿਸ ਵੇਲੇ ਉਹਨਾਂ ਨੇ ਆਪਣਾ ਖਾਣ ਪੀਣ ਵਾਲਾ ਉਹ ਪਦਾਰਥ ਤਿਆਰ ਕੀਤਾ ਸੀ ਨਾ, ਹਲਾਲ ਕੀਤਾ ਹੋਇਆ ਮਾਸ, ਤੇ ਉਹ ਫਿਰ ਉਹਨਾਂ ਦਾ ਖਿਆਲ ਸੀ ਇਹਨਾਂ ਨੂੰ ਵੀ ਛਕਾਈਏ। ਮਹਾਰਾਜ ਕੋਲੇ ਆਏ ਸਿਪਾਹੀ ਕਿ ਆਪ ਜੀ ਪ੍ਰਸ਼ਾਦਾ ਛਕੋ। ਉਹਨਾਂ ਦੀ ਬੋਲੀ ਤੇ ਆਪਣੀ, ਆਪਾਂ ਤੇ ਪ੍ਰਸ਼ਾਦਾ ਹੀ ਕਵਾਂਗੇ ਨਾ। ਤੇ ਮਹਾਰਾਜ ਸਾਹਿਬ ਨੇ ਬਚਨ ਕੀਤੇ ਵੀ ਪੀਰ ਨੇ ਤਾਂ ਰੋਜੇ ਰੱਖੇ ਹੋਏ ਆ, ਮਰੀਦ ਛਕ ਲੈਣਗੇ। ਫਿਰ ਕਹਿਣ ਲੱਗੇ ਮਰੀਦਾਂ ਨਹੀਂ ਭੇਜੋ। ਪਿਆਰੇ ਦਇਆ ਸਿੰਘ ਜੀ ਕਹਿਣ ਲੱਗੇ ਜਦੋਂ ਸਿਪਾਹੀ ਚਲੇ ਗਏ ਕਿ ਮਹਾਰਾਜ ਤੁਸੀਂ ਤਾਂ ਰੋਜੇ ਰੱਖੇ ਆ ਤੇ ਅਸੀਂ ਹੁਣ ਇਹਨਾਂ ਦਾ ਕਲਮਾ ਫੜਿਆ ਖਾਵਾਂਗੇ, ਉਹ ਮਾਸ ਖਾਣਾ ਪਵੇਗਾ ਸਾਨੂੰ। ਸਤਿਗੁਰੂ ਕਹਿਣ ਲੱਗੇ ਤੁਸੀਂ ਅਰਦਾਸ ਕਰਕੇ ਤੇ ਕਿਰਪਾਨ ਭੇਟ ਕਰਿਓ। ਜਦੋਂ ਕਿਰਪਾਨ ਭੇਟ ਕਰੋਗੇ ਨਾ ਤੇ ਕੜਾਹ ਪ੍ਰਸ਼ਾਦ ਬਣ ਜਾਵੇਗਾ। ਇਹ ਬਚਨ ਇਤਿਹਾਸ ਵਿੱਚ ਲਿਖੇ। ਫਿਰ ਤਿੰਨੇ ਸਿੰਘ ਗਏ, ਜਦੋਂ ਉਹਨਾਂ ਨੇ ਉਹ ਮਾਸ ਲਿਆ ਕੇ ਅੱਗੇ ਰੱਖਿਆ ਤੇ ਅਰਦਾਸ ਕਰਕੇ ਜਦੋਂ ਕਿਰਪਾਨ ਭੇਟ ਕੀਤੀ ਤੇ ਉਹਨਾਂ ਨੂੰ ਤਾਂ ਮਾਸ ਹੀ ਦਿਸਦਾ ਸੀ ਤੁਰਕਾਂ ਨੂੰ, ਪਰ ਸਿੰਘਾਂ ਨੂੰ ਉਹ ਕੜਾਹ ਪ੍ਰਸ਼ਾਦ ਦੀ ਦੇਗ ਦਿਸਦੀ ਸਾਹਮਣੇ। ਕੜਾਹ ਪ੍ਰਸ਼ਾਦ ਦੀ ਦੇਗ ਬਣਾ ਦਿੱਤੀ ਕਲਗੀਧਰ ਪਾਤਸ਼ਾਹ ਮਹਾਰਾਜ, ਤੇ ਉਹ ਕੜਾਹ ਪ੍ਰਸ਼ਾਦ ਦੀ ਦੇਗ ਸਿੰਘਾਂ ਨੇ ਛਕੀ। ਤਾਂ ਉਸ ਥਾਂ ਤੋਂ ਫਿਰ ਇਹ ਕਿਰਪਾਨ ਭੇਟ ਸਾਹਿਬ, ਕਿਰਪਾਨ ਭੇਟ ਦੀ ਮਰਿਆਦਾ ਵੀ ਦੇਗ ਵਿੱਚ ਉੱਥੋਂ ਹੀ ਆਰੰਭ ਹੋਈ। ਪਹਿਲਾਂ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਦੇ ਵਕਤ ਗਰੀਬ ਨਵਾਜ ਨੇ ਬਚਨ ਕੀਤਾ ਸੀ ਤੇ ਪ੍ਰਸ਼ਾਦ ਵਿੱਚ ਜਗਤ ਗੁਰੂ ਜੀ ਦਾ ਪੰਜਾ ਲੱਗਿਆ ਕਰਦਾ ਸੀ। ਜਦੋਂ ਕੋਈ ਭਾਵਨਾ ਵਾਲਾ ਦੇਗ ਤਿਆਰ ਕਰਕੇ ਅਰਦਾਸ ਕਰਦਾ ਸੀ ਤੇ ਪੰਜਾ ਲੱਗਦਾ ਸੀ ਵਿੱਚ। ਤਾਂ ਫਿਰ ਸਮੇਂ ਦੇ ਨਾਲ ਗੁਰੂ ਸਾਹਿਬ ਜੀ ਤੀਰ ਦੇ ਨਾਲ ਭੋਗ ਲਾਉਂਦੇ ਰਹੇ, ਤੀਰ ਦੇ ਨਾਲ। ਜਦੋਂ ਇਹ ਮਾਛੀਵਾੜੇ ਵਿੱਚ ਕੌਤਕ ਕੀਤਾ, ਉੱਥੋਂ ਫਿਰ ਮਹਾਰਾਜ ਨੇ ਬਚਨ ਕੀਤਾ ਵੀ ਹੁਣ ਅੱਗੇ ਕੜਾਹ ਪ੍ਰਸ਼ਾਦ ਨੂੰ ਕਿਰਪਾਨ ਦੇ ਨਾਲ, ਕਿਰਪਾਨ ਭੇਟ ਹੋਇਆ ਕਰੇਗੀ, ਕਿਰਪਾਨ ਨਾਲ ਭੋਗ ਲਾਇਆ ਕੀਤਾ ਜਾਵੇਗਾ। ਤਾਂ ਉਸ ਥਾਂ ਤੋਂ ਇਹ ਕਿਰਪਾਨ ਭੇਟ ਕਰਨ ਦੀ ਮਰਿਆਦਾ ਜਿਹੜੀ ਹੈ ਦੇਗ ਦੇ ਵਿੱਚ ਆਰੰਭ ਹੋਈ। ਤੇ ਸਤਿਗੁਰੂ ਜੀ ਉੱਥੋਂ ਫਿਰ ਅੱਗੇ ਸਾਧ ਸੰਗਤ ਜੀ ਜਿਵੇਂ ਮੰਜ਼ਲਾਂ ਮਾਰਦੇ, ਵੱਖ-ਵੱਖ ਥਾਵਾਂ ਤੇ ਜੀਵਾਂ ਨੂੰ ਤਾਰਦੇ, ਮਾਛੀਵਾੜੇ ਤੋਂ ਅੱਗੇ ਉਹ ਸਾਰੀ ਫੌਜ ਦੇ ਵਿੱਚ, ਸਗੋਂ ਉਹਨਾਂ ਨੇ ਫਿਰ ਪੈਸੇ ਰੱਖ ਕਰਕੇ ਮਹਾਰਾਜ ਨੂੰ ਭੇਟਾ ਰੱਖ ਕੇ ਮੱਥਾ ਟੇਕਿਆ ਫੌਜਦਾਰ ਨੇ, ਉਮਰਾਵ ਨੇ। ਬਾਕੀ ਸਾਰੇ ਸਿਪਾਹੀਆਂ ਨੇ ਵੀ ਕਈਆਂ ਨੇ ਮੱਥਾ ਟੇਕਿਆ। ਜਿਹੜੇ ਫੜਨ ਵਾਸਤੇ ਪਹਿਰੇ ਲਾਏ ਫਿਰਦੇ ਸੀ ਉਹਨਾਂ ਤੋਂ ਮੱਥਾ ਟਿਕਾ ਕੇ ਗਰੀਬ ਨਵਾਜ ਫਿਰ ਅੱਗੇ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਫਿਰ ਸਤਿਗੁਰੂ ਮਾਲਵੇ ਵਿੱਚ ਥਾਂ ਪਰ ਥਾਂ ਜਿੱਥੇ ਜਿੱਥੇ ਚਰਨ ਪਾਏ, ਜਿਹੜੇ ਜਿਹੜੇ ਨਗਰ 'ਚੋਂ ਸਾਰੇ ਅਸਥਾਨ ਕਾਇਮ। ਐਸੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਲੜੀਵਾਰ ਰੂਪ ਵਿੱਚ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੋਗੀਆਂ ਸਿੱਧਾਂ ਨੂੰ ਉਪਦੇਸ਼ ਦਿੰਦਿਆਂ ਹੋਇਆਂ ਪਵਿੱਤਰ ਬਚਨ ਉਚਾਰਨ ਕਰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਪਹਿਲਾ। ਰਾਮ ਕਲੀ ਰਾਗ ਹੈ,
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ, ਜਿਸ ਵੇਲੇ ਇਹ ਸ੍ਰੀ ਨਾਨਕ ਮਤਾ ਸਾਹਿਬ ਅਸਥਾਨ, ਜਿੱਥੇ ਅੱਜ ਕੱਲ੍ਹ ਸੋਭਨੀਕ ਹੈ, ਜਿਹਨੂੰ ਪਹਿਲਾਂ ਗੋਰਖ ਮਤਾ ਕਹਿੰਦੇ ਸੀ, ਉੱਥੇ ਜੋਗੀਆਂ ਨੇ ਮਹਾਰਾਜ ਸਾਹਿਬ ਜੀ ਦੇ ਨਾਲ ਚਰਚਾ ਕੀਤੀ ਹੈ। ਤੇ ਉਸ ਵੇਲੇ ਗਰੀਬ ਨਵਾਜ ਸਾਹਿਬ ਜੀ ਨੇ ਇਹ ਬਚਨ ਜੋਗੀਆਂ ਨੂੰ ਉਪਦੇਸ਼ ਬਖਸ਼ਿਸ਼ ਕੀਤੇ। ਜਿਹੜੀ ਕੱਲ੍ਹ ਅਸ਼ਟਪਦੀ ਆਈ ਸੀ, ਉਹ ਵੀ ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਇਸ ਪਵਿੱਤਰ ਅਸ਼ਟਪਦੀ ਦੇ ਅੰਦਰ ਵੀ ਜੋਗੀਆਂ ਨੂੰ ਹੀ ਦੱਸਦੇ। ਜੋਗੀਆਂ ਨੇ ਮਹਾਰਾਜ ਸਾਹਿਬ ਜੀ ਨੂੰ ਸਵਾਲ ਕੀਤਾ ਵੀ ਸਤਿਗੁਰੂ ਜੀ, ਕੀ ਸੰਸਾਰ ਦੇ ਵਿੱਚ ਆਪਣਾ ਸਥਾਨ ਬਣਾ ਕੇ, ਮੱਟ ਬਣਾ ਕੇ ਨਹੀਂ ਰਹਿਣਾ ਚਾਹੀਦਾ? ਤੁਸੀਂ ਕਹਿੰਦੇ ਹੋ ਵੀ ਤੁਸੀਂ ਜੋਗੀਓ ਮੱਟ ਬਣਾ ਕਰਕੇ ਤੇ ਮੱਟ ਵਿੱਚ ਬਹਿ ਕਰਕੇ ਤੇ ਆਪਣੀ ਪੂਜਾ ਕਰਾਉਂਦੇ ਹੋ, ਕੀ ਸੰਸਾਰ ਵਿੱਚ ਮੱਟ ਬਣਾ ਕੇ ਨਹੀਂ ਰਹਿਣਾ ਚਾਹੀਦਾ? ਤਾਂ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਇਹ ਫਿਰ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆਂ ਬਚਨ ਕੀਤਾ, ਘਟ ਮਟ ਦੇਹੀ ਮਨ ਬੈਰਾਗੀ। ਸਤਿਗੁਰੂ ਕਹਿੰਦੇ ਸਾਡੇ ਵਾਸਤੇ ਤਾਂ ਹੈ ਸਿੱਧੋ ਨਾਥੋ, ਜਿਹੜਾ ਇਹ ਖਟ ਨਾਮ ਹੈ ਛੇਆਂ ਦਾ, ਸਰੀਰ ਦੇ ਵਿੱਚ 6 ਚੱਕਰ ਹਨ, ਵੱਖ-ਵੱਖ ਅਸਥਾਨ ਤੇ ਵੱਖ-ਵੱਖ ਨਾਂ ਉਹਨਾਂ ਦੇ। ਤੇ ਇਹ ਦੇਹੀ ਵਿੱਚ ਜਿਹੜੇ 6 ਚੱਕਰ ਵਾਏ, 6 ਚੱਕਰਾਂ ਵਾਲੀ ਜਿਹੜੀ ਦੇਹੀ ਹੈ ਨਾ, ਇਹੀ ਸਾਡੇ ਵਾਸਤੇ ਮੱਟ ਹੈ। ਖਟ ਮੱਟ ਦੇਹੀ, ਇਹ ਦੇਹੀ ਹੀ ਮੱਟ ਹੈ। ਇਸ ਦੇਹੀ ਨੂੰ ਅਸੀਂ ਮੱਠ ਮੰਨਿਆ ਹੋਇਆ। ਜੋਗੀ ਜਿਸ ਟਿਕਾਣੇ ਤੇ ਬੈਠਦੇ ਆ, ਉਹ ਜੋਗੀ ਆਪਣੇ ਟਿਕਾਣੇ ਨੂੰ, ਆਪਣੇ ਡੇਰੇ ਨੂੰ, ਆਪਣੇ ਸਥਾਨ ਨੂੰ ਮੱਟ ਕਹਿੰਦੇ, ਜਾਂ ਠੱਠੇ ਨਾਲ ਮੱਠ ਵੀ ਕਹਿ ਦਿੰਦੇ, ਟੈਂਕੇ ਨਾਲ ਮੱਟ। ਤਾਂ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਵੀ ਸਾਡੇ ਵਾਸਤੇ ਤਾਂ ਇਹ 6 ਚੱਕਰਾਂ ਵਾਲੀ ਜਿਹੜੀ ਦੇਹੀ ਹੈ ਨਾ, ਇਹੀ ਮੱਟ ਹੈ। ਇਹਦੇ ਵਿੱਚ ਜੋ ਮਨ ਬੈਰਾਗੀ, ਇਹਦੇ ਵਿੱਚ ਸਾਡਾ ਜਿਹੜਾ ਮਨ ਹੈ ਇਹ ਮੋਹ ਤੋਂ ਰਹਿਤ ਹੋਇਆ, ਮਨ ਬੈਰਾਗੀ ਹੋਇਆ। ਸਤਿਗੁਰੂ ਕਹਿੰਦੇ ਦੇਹੀ ਨੂੰ ਹੀ ਮੱਟ ਸਮਝੋ ਤੇ ਦੇਹੀ ਦੇ ਵਿੱਚ ਹੀ ਮਨ ਕਰਕੇ ਵੈਰਾਗ ਨੂੰ ਧਾਰਨ ਕਰੋ। ਮੋਹ ਤੋਂ ਰਹਿਤ ਹੋ, ਇਸ ਦੇਹੀ ਦਾ ਵੀ ਮੋਹ ਨਾ ਕਰੋ। ਬਾਹਰਲੇ ਆਪਣੇ ਮੱਟ ਦਾ ਤੇ ਮੋਹ ਕੀ ਕਰਨਾ ਹੈ, ਸੰਸਾਰੀ ਪਦਾਰਥਾਂ ਦਾ ਤੇ ਮੋਹ ਕੀ ਕਰਨਾ ਹੈ। ਜਿਸ ਦੇਹੀ ਵਿੱਚ ਰਹਿੰਦੇ ਹਾਂ, ਇਸ ਦੇਹੀ ਦਾ ਵੀ ਮੋਹ ਨਾ ਕਰੋ। ਮਨ ਕਰਕੇ ਦੇਹ ਦੇ ਰਾਗ ਤੋਂ ਵੀ ਰਹਿਤ ਹੋ ਕੇ ਬੈਰਾਗੀ ਬਣ ਜਾਓ। ਖਟ ਮਟ ਦੇਹੀ ਮਨ ਬੈਰਾਗੀ। ਤਾਂ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਜਿਵੇਂ ਇਹ ਸਾਰਾ ਸੰਸਾਰ ਵਾਹਿਗੁਰੂ ਜੀ ਦੀ ਰਚਨਾ ਹੈ, 5 ਤੱਤਾਂ ਦੀ ਰਚਨਾ ਹੈ। 5 ਤੱਤ ਤੇ 6ਵਾਂ ਵਿੱਚ ਚੇਤਨ ਆਪ ਹੈ, ਉਹਦੀ ਜੋਤ ਕੰਮ ਕਰਦੀ ਹੈ 5 ਤੱਤਾਂ ਦੇ ਵਿੱਚ। ਇਹ 5 ਤੱਤ ਤੇ 6ਵਾਂ ਚੇਤਨ ਜੋਤੀ ਸਰੂਪ, ਇਹ 6 ਇਹ ਮੱਟ ਬਣਿਆ ਹੋਇਆ ਸਾਰਾ ਸੰਸਾਰ। ਸਾਰਾ ਸੰਸਾਰ ਉਹ ਕਰਤਾ ਪੁਰਖ ਨੇ 5 ਤੱਤਾਂ ਨਾਲ ਸਾਜਿਆ ਹੈ, 6ਵੀਂ ਆਪਣੀ ਜੋਤ ਵਿੱਚ ਟਿਕਾਈ ਹੋਈ ਹੈ। ਤੇ ਇਹ ਸਾਰਾ ਸਮਗਰ ਰੂਪ ਜਿਹੜਾ ਸੰਸਾਰ ਹੈ, ਕਰਤਾ ਪੁਰਖ ਦੀ ਦੇਹੀ ਬਣ ਰਹੀ ਹੈ। ਇਹ ਸੰਸਾਰ ਦੇਹੀ ਦੇ ਵਿੱਚ ਰਹਿੰਦਿਆਂ ਹੋਇਆਂ ਮਨ ਕਰਕੇ ਬੈਰਾਗ ਦੇ ਸਹਿਤ ਹੋਣਾ ਚਾਹੀਦਾ ਹੈ, ਕਿਉਂਕਿ ਇਹ ਸੰਸਾਰ ਵਿੱਚ ਵੀ ਸਦਾ ਨਹੀਂ ਰਹਿਣਾ, ਸੰਸਾਰ ਨੂੰ ਵੀ ਜੀਵਨੇ ਛੱਡ ਕੇ ਜਾਣਾ। ਇਸ ਕਰਕੇ ਇਹ ਸੰਸਾਰ ਹੀ ਇੱਕ ਮੱਟ ਹੈ, ਸਾਰਾ ਸੰਸਾਰ ਹੀ। ਤਾਂ ਇਹਦੇ ਵਿੱਚ ਮਨ ਕਰਕੇ ਬੈਰਾਗੀ ਹੋਣਾ ਚਾਹੀਦਾ ਹੈ। ਸੁਰਤ ਸ਼ਬਦ ਧੁਨ ਅੰਤਰ ਜਾਗੀ। ਤਾਂ ਗਰੀਬ ਨਵਾਜ ਸਾਹਿਬ ਕਹਿੰਦੇ ਸ਼ਬਦ ਦੇ ਨਾਲ ਸਾਡੀ ਸੁਰਤ ਜੁੜੀ ਹੋਈ ਹੈ, ਔਰ ਜੋ ਧੁਨ ਹੈ, ਲਿਵ ਹੈ, ਉਹ ਸਾਡੇ ਅੰਦਰ ਜਾਗੀ ਹੋਈ ਹੈ। ਸ਼ਬਦ ਦੇ ਨਾਲ ਸਾਡੀ ਲਿਵ ਲੱਗੀ ਹੋਈ ਹੈ, ਔਰ ਅੰਦਰੋਂ ਬਿਰਤੀ ਜਿਹੜੀ ਹੈ ਉਹ ਗਿਆਨ ਜਾਗਰਤ ਵਿੱਚ ਜਾਗੀ ਹੋਈ ਹੈ। ਵਾਜੇ ਅਨਹਦ ਮੇਰਾ ਮਨ ਲੀਨਾ। ਵਾਜੈ ਅਨਹਦ, ਹੱਦ ਤੋਂ ਰਹਿਤ ਸ਼ਬਦ ਦਾ ਵਾਜਾ ਵੱਜ ਰਿਹਾ ਹੈ। ਸਤਿਨਾਮ ਵਾਹਿਗੁਰੂ ਦਾ ਵਾਜਾ ਵੱਜ ਰਿਹਾ ਹੈ। ਮੇਰਾ ਮਨ ਲੀਣਾ, ਮੇਰਾ ਜੋ ਮਨ ਹੈ ਨਾ, ਉਹ ਸ਼ਬਦ ਦੇ
ਨਾਦ ਨੂੰ ਸੁਣ ਕਰਕੇ ਉਹਦੇ ਧੁਨ ਦੇ ਵਿੱਚ ਲੀਨ ਹੋ ਰਿਹਾ ਹੈ। ਸ਼ਬਦ ਦਾ ਵਾਜਾ ਤੇ ਹਰੇਕ ਅੰਦਰ ਵੱਜ ਰਿਹਾ ਹੈ, ਹਰੇਕ ਸਰੀਰ ਦੇ ਵਿੱਚ ਵੱਜ ਰਿਹਾ ਹੈ। ਪਰ ਜੀਵ ਦੀ ਸੁਰਤ, ਜੀਵ ਦੀ ਬਿਰਤੀ ਇਹ ਬਾਹਰ ਮੁਖੀ ਹੋਈ ਪਈ ਹੈ, ਇਸ ਕਰਕੇ ਇਸ ਨੂੰ ਉਹ ਵਾਜਾ ਸੁਣਦਾ ਨਹੀਂ ਹੈ। ਜਿਹੜੇ ਸ਼ਬਦ ਦਾ ਅਭਿਆਸ ਕਰਦੇ, ਸ਼ਬਦ ਦੀ ਕਮਾਈ ਕਰਦੇ ਹਨ, ਸ਼ਬਦ ਨਾਲ ਜੁੜਦੇ ਹਨ, ਉਹਨਾਂ ਨੂੰ ਹੀ ਉਹ ਵਾਜਾ ਸੁਣਾਈ ਦਿੰਦਾ। ਜਗਤ ਗੁਰੂ ਜੀ ਕਹਿੰਦੇ ਜੋ ਸ਼ਬਦ ਦੇ ਵਾਜੇ ਵੱਜ ਰਹੇ ਆ ਨਾ, ਵਾਜੇ ਅਨਹਦ ਤੂਰੇ, ਤਾਂ ਉਹਦੇ ਵਿੱਚ ਸਾਡਾ ਮਨ ਲੀਨ ਹੋ ਰਿਹਾ ਹੈ। ਗੁਰ ਬਚਨੇ ਸਚ ਨਾਮ ਪਤੀਣਾ। ਗੁਰੂ ਸਾਹਿਬ ਦੇ ਬਚਨਾਂ ਦੁਆਰਾ ਸੱਚੇ ਨਾਮੀ ਪਰਮੇਸ਼ਰ ਦੇ ਨਾਮ ਦੇ ਵਿੱਚ ਅਸੀਂ ਪਤੀਜ ਗਏ ਹਾਂ, ਭਰੋਸੇ ਵਾਲੇ ਬਣੇ ਹਾਂ, ਸਾਡਾ ਮਨ ਪਤੀਜ ਗਿਆ ਹੈ। ਪ੍ਰਾਣੀ ਰਾਮ ਭਗਤ ਸੁਖ ਪਾਈਆ। ਇਸ ਕਰਕੇ ਗਰੀਬ ਨਵਾਜ ਕਹਿੰਦੇ ਅਸੀਂ ਤਾਂ ਕਹਿੰਦੇ ਹਾਂ ਕਿ ਹੇ ਪ੍ਰਾਣੀਓ, ਸਰਬ ਵਿਆਪਕ ਰਾਮ ਦੀ ਭਗਤੀ ਕਰੋ। ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੋਈ ਹੈ, ਜਿਹਦਾ ਅਰਥ ਹੈ ਭਗਤੀ। ਰਾਮ ਤੋਂ ਭਾਵ ਹੈ ਜਿਹੜਾ ਪਰਮੇਸ਼ਰ ਵਾਹਿਗੁਰੂ ਰਮਿਆ ਹੋਇਆ ਹੈ, ਰਮੰਤੀ ਰਾਮਾ ਹੈ, ਸਾਰੇ ਥਾਵਾਂ ਤੇ ਰਮਿਆ ਹੈ। ਘਟ ਘਟ ਮੈਂ ਹਰਿ ਜੂ ਵਸੈ, ਸੰਤਨ ਕਹਿਓ ਪੁਕਾਰ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਜਰ ਚੀਟੀ, ਭਾਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਐਸਾ ਜੋ ਰਾਮ ਹੈ, ਪ੍ਰਾਣੀ ਰਾਮ ਭਗਤ ਸੁਖ ਪਾਈਐ। ਰਾਮ ਦੀ ਭਗਤੀ ਕਰੋ, ਰਮੇ ਹੋਏ ਪ੍ਰਭੂ ਦੀ, ਫਿਰ ਸੁਖ ਪਾਈਦਾ ਹੈ, ਫਿਰ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ। ਉਹ ਸੁਖ ਪ੍ਰਾਪਤ ਹੁੰਦਾ ਹੈ ਜਿਹੜਾ ਦੁਨੀਆ ਦੇ ਕਿਸੇ ਪਦਾਰਥ ਵਿੱਚੋਂ ਸੁਖ ਨਹੀਂ ਮਿਲ ਸਕਦਾ। ਮਹਾਰਾਜ ਸਾਹਿਬ ਜੀ ਕਹਿੰਦੇ ਉਹ ਸੁਖ ਪ੍ਰਾਪਤ ਹੁੰਦਾ ਹੈ। ਤਾਂ ਹੀ ਆਖਿਆ ਨਾ ਭਗਤ ਜੀ ਨੇ ਕਿ ਜਿਹੜਾ ਪ੍ਰਭੂ ਦੇ ਸੇਵਾ ਸਿਮਰਨ ਦੇ ਵਿੱਚੋਂ ਸੁਖ ਮਿਲਦਾ ਹੈ, ਦੁਨਿਆਵੀ ਰਾਜ ਭਾਗ ਕਰਦਿਆਂ ਵੀ ਉਹ ਸੁਖ ਨਹੀਂ ਮਿਲ ਸਕਦਾ। ਦੁਨੀਆ ਦੇ ਰਾਜ ਵਿੱਚੋਂ ਵੀ ਉਹ ਸੁਖ ਨਹੀਂ ਮਿਲਦਾ। ਜਿਹੜਾ ਸਬਰ, ਸੰਤੋਖ, ਸ਼ਾਂਤੀ, ਚੈਨ ਭਗਤੀ ਕਰਨ ਵਾਲੇ ਨੂੰ ਮਿਲਦਾ ਹੈ, ਉਹ ਰਾਜੇ ਕੋਲੇ ਵੀ ਨਹੀਂ ਹੁੰਦਾ। ਉਸ ਰਾਜੇ ਕੋਲੇ ਤੇ ਹੋਵੇਗਾ ਜਿਹੜਾ ਭਗਤੀ ਨਾਲ ਜੁੜਿਆ ਹੋਵੇਗਾ, ਕਿਉਂਕਿ ਕਈ ਰਾਜੇ ਵੀ ਐਸੇ ਹੋਏ ਜਿਹੜੇ ਬ੍ਰਹਮ ਗਿਆਨੀ ਹੋਏ। ਜਿਵੇਂ ਬ੍ਰਹਮ ਗਿਆਨੀ ਰਾਜਾ ਜਨਕ ਜੀ ਸਨ, ਉਹ ਰਾਜ ਭਾਗ ਵੀ ਕਰਦੇ ਸੀ ਤੇ ਪ੍ਰਭੂ ਦੀ ਬੰਦਗੀ ਵੀ ਕਰਦੇ ਸੀ। ਤੇ ਜਿਹੜੇ ਇਕੱਲਾ ਰਾਜ ਹੀ ਕਰਦੇ ਆ, ਉਹ ਤਾਂ ਕਲਪਦੇ ਹੀ ਰਹਿੰਦੇ ਆ, ਉਹ ਤਾਂ ਦੁਖੀ ਰਹਿੰਦੇ ਆ। ਪਦਾਰਥਾਂ ਦੀ ਗਿਣਤੀ ਨਹੀਂ ਹੁੰਦੀ ਉਹਨਾਂ ਕੋਲੇ ਕਿੰਨੇ ਕੁ ਵਾ, ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿੰਨੀ ਸਾਡੀ ਜ਼ਮੀਨ ਵਾ, ਕਿੰਨੀ ਜਾਇਦਾਦ ਵਾ, ਕਿੰਨੇ ਰੁਪਈਏ ਆ, ਕਿੰਨਾ ਸੋਨਾ ਚਾਂਦੀ, ਉਹਦੀ ਗਿਣਤੀ ਨਹੀਂ ਹੁੰਦੀ ਉਹਨਾਂ ਕੋਲੇ, ਪਰ ਸੁੱਖ ਨਹੀਂ ਹੁੰਦਾ। ਮਹਾਰਾਜ ਨੇ ਸੁਖਮਨੀ ਸਾਹਿਬ 'ਚ ਕਿਹਾ ਨਾ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਸਾਰੀ ਸ੍ਰਿਸ਼ਟੀ ਦਾ ਵੀ ਕੋਈ ਰਾਜਾ ਬਣ ਜਾਵੇ, ਪਰ ਜੇ ਬੰਦਗੀ ਨਹੀਂ ਕਰਦਾ, ਭਗਤੀ ਨਹੀਂ ਕਰਦਾ, ਦੁਖੀ ਰਹਿੰਦਾ। ਮਹਾਰਾਜ ਉਹ ਰਾਜਾ ਵੀ ਸੁਖੀ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ? ਤੇ ਸਤਿਗੁਰੂ ਜੀ ਨੇ ਅਗਲੀ ਪੰਕਤੀ 'ਚ ਕਹਿ ਦਿੱਤਾ ਵੀ ਜੇ ਉਹ ਭਗਤੀ ਕਰਨ ਲੱਗ ਪਵੇ ਤੇ ਉਹ ਵੀ ਸੁਖੀ ਹੋ ਜਾਵੇਗਾ। ਜਿਹੜਾ ਸਾਰੀ ਸ੍ਰਿਸ਼ਟੀ ਦਾ ਰਾਜਾ ਬਣਿਆ ਹੈ, ਬਣ ਕੇ ਪਦਾਰਥਾਂ ਦੀ ਤਾਂ ਗਿਣਤੀ ਨਹੀਂ ਕੋਈ ਉਹਦੇ ਕੋਲੇ ਕਿੰਨੇ ਕਾ, ਪਰ ਦੁਖੀ ਰਹਿੰਦਾ। ਪਰ ਜੇ ਉਹ ਭਗਤੀ ਕਰਨ ਲੱਗ ਪਵੇ, ਸਗਲ ਸ੍ਰਿਸ਼ਟ ਕਾ ਰਾਜਾ ਦੁਖੀਆ, ਹਰਿ ਕਾ ਨਾਮ ਜਪਤ ਹੋਏ ਸੁਖੀਆ। ਜੇ ਨਾਮ ਜਪੇਗਾ ਤੇ ਸੁਖੀ ਹੋ ਜਾਵੇਗਾ। ਭਗਤ ਕਬੀਰ ਸਾਹਿਬ ਜੀ ਨੇ ਆਖਿਆ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਐ। ਜਿਹੜਾ ਸੁਖ ਪ੍ਰਭੂ ਗੋਬਿੰਦ ਦੀ ਸੇਵਾ ਵਿੱਚ ਹੈ, ਭਗਤੀ ਵਿੱਚ ਹੈ, ਬੰਦਗੀ ਵਿੱਚ ਹੈ, ਸਿਮਰਨ ਵਿੱਚ ਹੈ, ਉਹ ਸੁਖ ਰਾਜਿਆਂ ਨੂੰ ਨਹੀਂ ਪ੍ਰਾਪਤ ਹੁੰਦਾ। ਦੁਨਿਆਵੀ ਰਾਜਿਆਂ, ਭਗਤੀ ਵਾਲਿਆਂ ਨੂੰ ਤਾਂ ਮਿਲ ਹੀ ਜਾਂਦਾ, ਬੰਦਗੀ ਵਾਲੇ ਰਾਜਿਆਂ ਨੂੰ ਤਾਂ ਮਿਲ ਹੀ ਜਾਂਦਾ, ਕਿਉਂਕਿ ਉਹ ਰਾਜ ਭਾਗ ਕਰਦੇ ਵੀ ਉਹ ਰਾਜ ਵੀ ਪਰਮੇਸ਼ਰ ਦਾ ਹੀ ਸਮਝਦੇ, ਆਪਣਾ ਨਹੀਂ ਸਮਝਦੇ। ਰਾਜਾ ਜਨਕ ਸੀ ਨਾ, ਉਹ ਭਗਤੀ ਕਰਦੇ ਹੀ, ਉਹਨਾਂ ਦੀ ਕੋਈ ਮੇਰ ਹੀ ਨਹੀਂ ਰਾਜ ਭਾਗ ਦੇ ਵਿੱਚ।
ਬਿਆਸ ਰਿਖੀ ਨੇ ਆਪਣੇ ਪੁੱਤਰ ਨੂੰ ਭੇਜਿਆ ਵੀ ਜਾ ਰਾਜੇ ਜਨਕ ਤੋਂ ਉਪਦੇਸ਼ ਲੈ ਤੂੰ ਜਾ ਕੇ। ਵੇਖੋ ਬਿਆਸ ਰਿਖੀ ਜੀ ਨੇ ਕਿੰਨਿਆਂ ਨੂੰ ਉਪਦੇਸ਼ ਦਿੱਤਾ। ਉਹਨਾਂ ਦੇ ਕਈ ਸੇਵਕ ਹੋਏ, ਕਈ ਸਿੱਖ ਹੋਏ ਬਿਆਸ ਰਿਖੀ ਜੀ, ਪਰ ਆਪਣੇ ਪੁੱਤਰ ਨੂੰ ਉਪਦੇਸ਼ ਦੇਣ ਵਾਸਤੇ ਰਾਜੇ ਜਨਕ ਕੋਲੇ ਭੇਜਿਆ। ਕਿਉਂਕਿ ਬੰਦਾ ਘਰ ਚੋਂ ਉਪਦੇਸ਼ ਨਹੀਂ ਨਾ ਲੈਂਦਾ, ਘਰ ਵਾਲੇ ਨੂੰ ਤੇ ਉਹ ਸਮਝਦਾ ਵੀ ਇਹ ਮੇਰਾ ਪਿਤਾ ਹੀ ਆ, ਉਹ ਉੱਥੇ ਫਿਰ ਭਾਵਨਾ ਨਹੀਂ ਬਣਦੀ ਉਹਦੀ। ਇਸ ਕਰਕੇ ਆਪਣੇ ਪੁੱਤਰ ਸੁਖਦੇਵ ਨੂੰ ਭੇਜਿਆ ਵੀ ਜਾ ਤੂੰ ਰਾਜੇ ਜਨਕ ਕੋਲੋਂ ਉਪਦੇਸ਼ ਲੈ। ਜਦੋਂ ਗਿਆ ਰਾਜੇ ਜਨਕ ਕੋਲੋਂ ਉਪਦੇਸ਼ ਲੈਣ, ਤੇ ਉੱਥੇ ਰਾਣੀਆਂ ਪਾਸ ਬੈਠੀਆਂ, ਪਦਾਰਥ ਬਹੁਤ ਰਾਜ ਭਾਗ ਕਰ ਰਿਹਾ। ਉਹ ਕਿਰਿਆ ਵੇਖ ਕਰਕੇ ਮਨ 'ਚ ਭੁਲੇਖਾ ਪੈ ਗਿਆ ਸੁਖਦੇਵ ਦੇ, ਸੁਖਦੇਵ ਮੁਨੀ ਦੇ, ਵੀ ਇਹ ਤਾਂ ਰਾਣੀਆਂ ਦੇ ਵਿੱਚ ਬੈਠਾ ਹੋਇਆ ਵਾ, ਵੀ ਇਹ ਤਾਂ ਵਕਾਰੀ ਹੋਵੇਗਾ, ਇਹ ਤਾਂ ਰਾਜ ਭਾਗ ਕਰਦਿਆ, ਇਹ ਤਾਂ ਰਾਜ ਦੇ ਵਿੱਚ ਮਾਇਆ ਦੌਲਤ ਦੇ ਵਿੱਚ ਮੋਇਆ ਹੋਵੇਗਾ। ਉਹ ਅੰਦਰਲੀ ਬਿਰਤੀ ਸਮਝ ਲਈ ਬ੍ਰਹਮ ਗਿਆਨੀ ਰਾਜੇ ਨੇ, ਵੀ ਇਹਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ। ਤੇ ਜਦੋਂ ਸਿੱਖ ਦੇ ਮਨ ਵਿੱਚ ਆਪਣੇ ਗੁਰੂ ਦੇ ਪ੍ਰਤੀ ਸ਼ੱਕ ਪੈਦਾ ਹੋ ਜਾਵੇ ਤੇ ਗੁਰੂ ਤੋਂ ਕੁਝ ਨਹੀਂ ਲੈ ਸਕਦਾ। ਪਹਿਲਾਂ ਫਿਰ ਗੁਰੂ ਉਹ ਸ਼ੱਕ ਦੂਰ ਕਰਦਾ, ਸ਼ੰਕਾ ਦੂਰ ਕਰਦਾ। ਰਾਜੇ ਜਨਕ ਨੇ ਆਪਣੀ ਆਤਮਿਕ ਸ਼ਕਤੀ ਦੇ ਨਾਲ ਜਿਹੜੀ ਰਾਜ ਭਾਗ ਦੀ ਮਹਿਲਾਂ ਦੀ ਬਾਹਰਲੀ ਦਰਸ਼ਨੀ ਜੋੜੀ ਸੀ ਨਾ, ਉੱਥੇ ਅੱਗ ਲਾ ਦਿੱਤੀ। ਜਦੋਂ ਅੱਗ ਲੱਗੀ ਤੇ ਸਿਪਾਹੀ ਭੱਜੇ ਆਏ ਕਿ ਹੇ ਰਾਜਨ, ਆਪਣੇ ਮਹਿਲਾਂ ਨੂੰ ਅੱਗ ਲੱਗ ਗਈ। ਉਹਨੇ ਕਿਹਾ ਕੋਈ ਗੱਲ ਨਹੀਂ। ਹੁਣ ਜਿਹੜਾ ਸੁਖਦੇਵ ਮੁਨੀ ਸੀ ਨਾ, ਉੱਥੇ ਆਪਣੀ ਇੱਕ ਦੋ ਚੀਜ਼ਾਂ ਨਿੱਕੀਆਂ ਜਿਹੀਆਂ ਰੱਖ ਕੇ ਆਇਆ ਸੀ। ਇੱਕ ਤਾਂ ਲੰਗੋਟੀ ਤੇ ਇੱਕ ਨਿੱਕਾ ਜਿਹਾ ਠੂਠਾ, ਉਹ ਚਿੱਪੀ ਲੱਕੜ ਦੀ, ਉਹ ਦੋ ਚੀਜ਼ਾਂ। ਛੇਤੀ ਨਾਲ ਭੱਜਿਆ ਪਛਾਣ। ਰਾਜੇ ਨੇ ਆਖਿਆ ਕਿੱਧਰ ਭੱਜਣ ਲੱਗਾ? ਕਹਿੰਦਾ ਜੀ ਜਿੱਥੇ ਅੱਗ ਲੱਗੀ ਆ ਉੱਥੇ ਮੇਰੀ ਇੱਕ ਲੰਗੋਟੀ ਪਈ ਆ ਤੇ ਇੱਕ ਚਿੱਪੀ ਪਈ ਆ, ਲੋਟਾ ਪਿਆ ਲੱਕੜ ਜੀ ਦਾ, ਉਹ ਸੜ ਨਾ ਜਾਵੇ। ਕਹਿੰਦੇ ਮੋਹ ਤੇਰੇ ਅੰਦਰ ਆ ਕਿ ਮੇਰੇ ਅੰਦਰ? ਤੂੰ ਆਖਿਆ ਸੀ ਇਹ ਰਾਜ ਭਾਗ ਦੇ ਵਿੱਚ, ਵੀ ਖਿਆਲ ਕੀਤਾ ਸੀ ਵੀ ਰਾਜ ਭਾਗ ਵਿੱਚ ਮੋਇਆ ਹੋਵੇਗਾ, ਰਾਣੀਆਂ ਵਿੱਚ ਮੋਇਆ ਹੋਵੇਗਾ। ਕਹਿੰਦੇ ਮੇਰੇ ਮਹਿਲਾਂ ਨੂੰ ਅੱਗ ਲੱਗੀ, ਮੈਂ ਚੁੱਪ ਕਰਕੇ ਬੈਠਾ, ਤੇਰੀ ਇੱਕ ਲੰਗੋਟੀ ਸੜ ਚੱਲੀ, ਤੂੰ ਭੱਜਣ ਲੱਗ ਪਿਆ। ਉਸ ਵੇਲੇ ਫਿਰ ਖਿਆਲ ਆਇਆ ਵੀ ਇਹ ਰਾਜ ਭਾਗ ਕਰਦਿਆਂ ਵੀ ਨਿਰਲੇਪ ਆ, ਮਾਇਆ ਪਦਾਰਥਾਂ ਵਿੱਚ ਰਹਿੰਦਾ ਹੋਇਆ ਵੀ ਇਹ ਪਰਮੇਸ਼ਰ ਦੀ ਭਗਤੀ ਵਿੱਚ ਲੀਨ ਹੈ। ਫਿਰ ਆਖਿਆ ਉਪਦੇਸ਼ ਬਖਸ਼ੋ। ਕਹਿਣ ਲੱਗੇ ਹੁਣ ਸਮਾਂ ਲੱਗੇਗਾ। ਸ਼ੰਕਾ ਪੈਦਾ ਕੀਤਾ ਨਾ, ਫਿਰ 12 ਸਾਲ ਉਡੀਕ ਕੀਤੀ ਉਪਦੇਸ਼ ਲੈਣ ਵਾਸਤੇ। ਜਿੱਥੇ ਅੰਦਰ ਲੰਗਰ ਪਾਣੀ ਚੱਲਦਾ ਸੀ, ਸਾਰਾ ਕੁਝ ਤਿਆਰ ਹੁੰਦਾ ਸੀ, ਤੇ ਜਿੱਥੋਂ ਝੂਠ ਬਾਹਰ ਸੁੱਟੀ ਜਾਂਦੀ ਸੀ ਨਾ, ਉੱਥੇ ਖਲੋਤਾ ਰਿਹਾ। ਆਪਣੇ ਸਿਰ 'ਚ 12 ਸਾਲ ਝੂਠ ਪਵਾਈ ਸੁਖਦੇਵ ਮੁਨੀ ਨੇ। ਗੁਰੂ ਕੀ ਬਾਣੀ 'ਚ ਵੀ ਬਚਨ ਆਉਂਦਾ, ਝੂਠਣ ਝੂਠ ਪਾਈ ਸਿਰ ਉੱਪਰ, ਖਿਨ ਮਨੁਆ ਤਿਲ ਨਾ ਡੁਲਾਵੈ ਕੋ। ਝੂਠ ਪਾਈ 12 ਸਾਲ। ਜਨਕ ਜਨਕ ਬੈਠੇ ਸਿੰਘਾਸਨ, ਨੌ ਮੁਨੀ ਧੂਰ ਲੈ ਲਾਵੈ ਕੋ। ਤੇ ਫਿਰ 12 ਸਾਲਾਂ ਬਾਅਦ ਬ੍ਰਹਮ ਗਿਆਨੀ ਰਾਜੇ ਜਨਕ ਨੇ ਸੁਖਦੇਵ ਨੂੰ ਉਪਦੇਸ਼ ਦਿੱਤਾ ਸੀ। ਕਹਿਣ ਤੋਂ ਭਾਵ ਇਹ ਵੀ ਕੋਈ ਰਾਜ ਕਰਦਿਆਂ ਹੋਇਆਂ ਵੀ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਹੋ ਸਕਦਾ ਹੈ, ਮਾਇਆ ਤੋਂ ਨਿਰਲੇਪ ਹੋ ਸਕਦਾ ਹੈ। ਤਾਂ ਉਹ ਸੁੱਖ, ਕਿਉਂਕਿ ਸੁੱਖ ਭਗਤੀ ਵਿੱਚ ਵਾ। ਭਾਵੇਂ ਕੋਈ ਰਾਜ ਵਿੱਚ ਰਹਿੰਦਾ ਹੋਇਆ ਭਗਤੀ ਕਰ ਲਵੇ, ਤੇ ਭਾਵੇਂ ਕੋਈ ਗਰੀਬੀ ਦਾ ਜੀਵਨ ਕੱਟਦਾ ਹੈ ਉਹ ਭਗਤੀ ਕਰ ਲਵੇ, ਸੁੱਖ ਤਾਂ ਪ੍ਰਭੂ ਭਗਤੀ ਵਿੱਚੋਂ ਹੀ ਮਿਲਣਾ, ਮਹਾਰਾਜ ਨੇ ਆਖਿਆ। ਜਿਵੇਂ ਜੈਤਸਰੀ ਕੀ ਵਾਰ ਵਿੱਚ ਬਚਨ ਆਉਂਦਾ ਹੈ, ਸਤਿਗੁਰੂ ਕਹਿੰਦੇ ਵੀ ਜਿਹਦੇ ਬਸਤਰ ਵੀ ਫਟੇ ਹੋਏ ਆ, ਜਿਹਦੇ ਕੋਲੇ ਘਰ ਵੀ ਚੰਗਾ ਨਹੀਂ, ਜਿਹਨੂੰ ਕੋਈ ਮਾਣ ਸਨਮਾਨ ਵੀ ਨਹੀਂ ਦਿੰਦਾ, ਉਹ ਪਿੰਡ ਸ਼ਹਿਰ ਵਿੱਚ ਵੀ ਨਹੀਂ ਰਹਿੰਦਾ, ਜੰਗਲ ਵਿੱਚ ਆਪਣਾ ਦਿਨ ਕੱਟੀ ਕਰ ਰਿਹਾ। ਪਰ ਜੇ ਉੱਥੇ ਰਹਿੰਦਾ ਹੋਇਆ, ਜਿਹਦਾ ਕੋਈ ਸੱਜਣ ਮਿੱਤਰ ਵੀ ਨਹੀਂ, ਕੋਈ ਰਿਸ਼ਤੇਦਾਰ ਵੀ ਸੰਬੰਧ ਨਹੀਂ ਬਣਾਉਂਦਾ, ਜੰਗਲ 'ਚ ਰਹਿੰਦਾ ਹੋਇਆ ਵੀ ਪ੍ਰਭੂ ਦੀ ਭਗਤੀ ਕਰਦਾ ਹੈ, ਤੇ ਮਹਾਰਾਜ ਕਹਿੰਦੇ ਉਹ ਰਾਜਾ, ਉਹ ਰੱਜਿਆ ਹੋਇਆ। ਤੇ ਉਹਦੇ ਚਰਨਾਂ ਦੀ ਧੂੜ ਵੀ ਮਿਲ ਜਾਵੇ ਤੇ ਧੂੜੀ ਲੈਣ ਵਾਲੇ ਦਾ ਵੀ ਉਧਾਰ ਹੋ ਜਾਂਦਾ। ਪਰ ਜੇ ਉਹ ਭਗਤੀ ਦੇ ਵਿੱਚ ਲੀਨ ਹੈ। ਪੰਚਮ ਪਾਤਸ਼ਾਹ ਦੇ ਬੋਲ ਆ, ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ।
ਟੁੱਟੀ ਹੋਈ ਝੋਪੜੀ 'ਚ ਰਹਿੰਦਾ ਵਾ ਤੇ ਕੱਪੜੇ ਸਾਰੇ ਪਾਟੇ ਹੋਏ। ਹੁਣ ਇਸ ਤਰ੍ਹਾਂ ਦੀ ਹਾਲਤ ਵੇਖ ਕਰਕੇ ਬਾਹਰੀ ਤਾਂ ਕੋਈ ਸਨਮਾਨ ਨਹੀਂ ਦਿੰਦਾ। ਕੋਈ ਟੁੱਟੀ ਝੋਪੜੀ 'ਚ ਰਹਿੰਦਾ ਹੋਵੇ, ਕਿਸੇ ਦੇ ਕੱਪੜੇ ਪਾਟੇ ਹੋਣ, ਤੇ ਸਮਾਜ ਨਹੀਂ ਉਹਨੂੰ ਸਨਮਾਨ ਦਿੰਦਾ, ਨਹੀਂ ਆਦਰ ਦਿੰਦਾ। ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ। ਮਿੱਤਰ ਨਾ ਏਠ ਧਨ ਰੂਪਹੀਨ, ਕਿਛ ਸਾਕ ਨਾ ਸਿੰਨਾ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਤਿਸ ਕੀ ਧੂੜ ਮਣ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਸਤਿਗੁਰੂ ਕਹਿੰਦੇ, ਜਿਹਦਾ ਮਨ ਪ੍ਰਭੂ ਭਗਤੀ ਪ੍ਰਭੂ ਨਾਮ ਵਿੱਚ ਭਿੱਜਾ ਹੋਇਆ, ਤੇ ਉਸ ਗੁਰਮੁਖ ਦੀ ਚਰਨ ਧੂੜੀ ਮਿਲ ਜਾਵੇ ਤੇ ਉਧਾਰ ਹੋ ਜਾਂਦਾ। ਸਤਿਗੁਰੂ ਕਹਿੰਦੇ ਪ੍ਰਾਣੀ RAM ਭਗਤ ਸੁਖ ਪਾਈਐ। ਹੇ ਪ੍ਰਾਣਾ ਧਾਰੀ ਜੀਵ, ਸਰਬ ਵਿਆਪਕ ਪ੍ਰਭੂ ਦੀ ਭਗਤੀ ਕਰ, ਫਿਰ ਆਤਮਿਕ ਸੁਖ ਪਾਈਦਾ ਹੈ, ਸਦਾ ਦਾ ਸੁਖ, ਵੱਡਾ ਸੁਖ ਪਾਈਦਾ ਹੈ। ਗੁਰਮੁਖ ਹਰ ਹਰ ਮਿੱਠਾ ਲਾਗੈ। ਜਿਹੜੇ ਗੁਰੂ ਕੀ ਸ਼ਰਨ ਪੈਂਦੇ ਹਨ, ਉਹਨਾਂ ਗੁਰਮੁਖਾਂ ਨੂੰ ਹਰ ਹਰ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ, ਜੋ ਹਰ ਥਾਂ ਤੇ ਵਸਣ ਵਾਲਾ, ਹਰੇਕ ਨੂੰ ਹਰਿਆਂ ਭਰਿਆਂ ਕਰਨ ਵਾਲਾ, ਉਹ ਹਰੀ ਮਿੱਠਾ ਲੱਗਦਾ, ਉਹ ਹਰੀ ਪਰਮੇਸ਼ਰ ਪਿਆਰਾ ਲੱਗਦਾ ਹੈ ਗੁਰਮੁਖਾਂ ਨੂੰ। ਹਰ ਹਰ ਨਾਮ ਸਮਾਈਐ। ਉਹ ਹਰੇਕ ਨੂੰ ਹਰੇ ਭਰੇ ਕਰਨ ਵਾਲਾ, ਜੋ ਦੁੱਖਾਂ ਦਾ ਹਾਰਕ ਹਰੀ ਹੈ, ਉਸ ਹਰ ਹਰ ਪ੍ਰਭੂ ਜੀ ਦੇ ਨਾਮ ਦੇ ਵਿੱਚ, ਨਾਮੀ ਦੇ ਵਿੱਚ ਸਮਾ ਜਾਂਦੇ ਹਨ ਗੁਰਮੁਖ। ਵਿਸਰਾਮ ਦੇ ਕੇ ਫਰਮਾਉਂਦੇ ਹਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਮਾਇਆ ਮੋਹ ਬਿਵਰਜ ਸਮਾਏ। ਜਿਨ੍ਹਾਂ ਨੇ ਮਾਇਆ ਦਾ ਮੋਹ ਬੇਵਿਸ਼ੇਸ਼ ਕਰਕੇ ਵਰਜਿਆ ਹੈ, ਉਹ ਫਿਰ ਸਮਾ ਗਏ ਪ੍ਰਭੂ ਦੇ ਵਿੱਚ। ਜਿਹੜਾ ਪ੍ਰਭੂ ਸਾਰੀਆਂ ਥਾਵਾਂ ਤੇ ਸਮਾਇਆ ਹੋਇਆ ਹੈ, ਵਿਆਪਕ ਹੈ, ਉਸ ਵਿੱਚ ਉਹ ਲੀਨ ਹੋ ਗਏ, ਜਿਨ੍ਹਾਂ ਨੇ ਮਾਇਆ ਦੇ ਮੋਹ ਨੂੰ ਵਰਜਿਆ, ਰੋਕਿਆ ਹੈ। ਸਤਿਗੁਰ ਭਿਟੈ ਮੇਲ ਮਿਲਾਏ। ਜਿਹੜੇ ਭਾਈ ਸੱਚੇ ਗੁਰੂ ਜੀ ਨੂੰ ਮਿਲੇ ਆ, ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਫਿਰ ਸ਼ਬਦ ਨਾਲ, ਸੰਗਤ ਨਾਲ ਮੇਲਿਆ ਹੈ। ਸ਼ਬਦ ਨਾਲ ਮੇਲ ਕੇ, ਆਪਣੀ ਸੰਗਤ ਨਾਲ ਮੇਲ ਕੇ ਵਾਹਿਗੁਰੂ ਜੀ ਦੇ ਮੇਲ ਵਿੱਚ ਮਿਲਾ ਦਿੱਤਾ ਹੈ। ਨਾਮ ਰਤਨ ਨਿਰਮੋਲਕ ਹੀਰਾ। ਮਹਾਰਾਜ ਕਹਿੰਦੇ ਪ੍ਰਭੂ ਜੀ ਦਾ ਨਾਮ ਰਤਨ ਹੈ, ਤੇ ਨਿਰਮੋਲਕ ਹੀਰਾ ਹੈ ਪ੍ਰਭੂ ਜੀ ਦਾ ਨਾਮ। ਉਹ ਹੀਰਾ ਹੈ, ਉਹ ਰਤਨ ਹੈ, ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਦੁਨੀਆ ਦੇ ਹੀਰਿਆਂ ਦਾ, ਰਤਨਾਂ ਦਾ, ਸੋਨੇ ਚਾਂਦੀ ਦਾ, ਹਰ ਇੱਕ ਚੀਜ਼ ਦਾ ਮੁੱਲ ਪੈਂਦਾ, ਕੀਮਤ ਪੈ ਜਾਂਦੀ ਹੈ। ਕਿ ਇਹਦੀ ਕੀਮਤ ਲੱਖ ਹੈ, ਜਾਂ ਕਰੋੜ ਹੈ, ਜਾਂ ਅਰਬ ਹੈ, ਜਾਂ ਖਰਬ ਹੈ, ਨੀਲ ਹੈ, ਪਦਮ ਹੈ, ਸੰਖ ਹੈ, ਕੋਈ ਨਾ ਕੋਈ ਉਹਦਾ ਮੁੱਲ ਪੈ ਜਾਂਦਾ ਹੈ ਕਿਸੇ ਵੀ ਵਸਤੂ ਦਾ। ਪਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਐਸਾ ਰਤਨ ਹੈ, ਐਸਾ ਹੀਰਾ ਹੈ, ਜੋ ਨਿਰਮੋਲਕ ਹੈ, ਮੁੱਲ ਤੋਂ ਰਹਿਤ ਹੈ, ਕੀਮਤ ਤੋਂ ਰਹਿਤ ਹੈ, ਕੋਈ ਕੀਮਤ ਜਾਣ ਹੀ ਨਹੀਂ ਸਕਦਾ। ਸਾਈਂ ਨਾਮ ਅਮੋਲ, ਸਾਈਂ ਨਾਮ ਅਮੋਲ, ਸਾਈਂ ਨਾਮ ਅਮੋਲ, ਸਾਈਂ ਨਾਮ ਅਮੋਲ। ਕੀਮ ਨਾ ਕੋਈ ਜਾਣ ਦੋ, ਕੀਮ ਨਾ ਕੋਈ ਜਾਣ ਦੋ, ਕੀਮ ਨ ਕੋਈ ਜਾਣ ਦੋ, ਕੀਮ ਨ ਕੋਈ ਜਾਣ ਦੋ। ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਐਸਾ ਨਿਰਮੋਲਕ ਰਤਨ ਤੇ ਹੀਰਾ ਹੈ, ਇਹਦਾ ਕੋਈ ਮੁੱਲ ਹੀ ਨਹੀਂ ਜਾਣ ਸਕਦਾ, ਇਹਦੀ ਕੋਈ ਕੀਮਤ ਹੀ ਨਹੀਂ ਜਾਣ ਸਕਦਾ। ਹੀਰੇ ਨੂੰ ਵੀ ਸਾਧ ਸੰਗਤ ਜੀ ਹਰ ਇੱਕ ਨਹੀਂ ਪਰਖ ਸਕਦਾ, ਕੋਈ ਜੌਹਰੀ ਪਰਖਦਾ ਹੀਰੇ ਨੂੰ, ਜਿਹੜਾ ਦੁਨਿਆਵੀ ਹੀਰਾ ਵੀ। ਤੇ ਨਾਮ ਰੂਪੀ ਰਤਨ ਨੂੰ, ਨਾਮ ਰੂਪੀ ਹੀਰੇ ਨੂੰ ਵੀ ਹਰ ਕੋਈ ਨਹੀਂ ਇਸ ਨੂੰ ਪਰਖਦਾ। ਕੋਈ ਜਿਹੜਾ ਗੁਰੂ ਕੀ ਸ਼ਰਨ ਵਿੱਚ ਪੈਂਦਾ ਹੈ, ਸਤਿਗੁਰੂ ਹੀ ਫਿਰ ਜਾਂਚ ਦੱਸਦੇ, ਸਤਿਗੁਰੂ ਹੀ ਫਿਰ ਇਹ ਅੰਦਰ ਭਾਵਨਾ ਬਖਸ਼ਿਸ਼ ਕਰਦੇ ਕਿ ਜੀਵ ਦਾ ਮਨ ਫਿਰ ਨਾਮ ਰੂਪੀ ਰਤਨ ਦੇ ਨਾਲ, ਨਾਮ ਰੂਪੀ ਹੀਰੇ ਦੇ ਨਾਲ ਜੁੜ ਜਾਂਦਾ। ਜਿਹਨੂੰ ਹੀਰੇ ਦੀ ਕਦਰ ਕੀਮਤ ਨਾ ਹੋਵੇ, ਤੇ ਉਹਨੇ ਉਹ ਹੀਰੇ ਨੂੰ ਕੀ ਕਰੇਗਾ? ਉਹਦੇ ਭਾਅ ਦਾ ਤੇ ਇੱਕ ਪੱਥਰ ਹੀ ਹੈ ਨਾ। ਜਿਵੇਂ
ਸ੍ਰੀ ਪਟਨਾ ਸਾਹਿਬ ਜੀ ਦਾ ਇਤਿਹਾਸ ਹੈ। ਜਗਤ ਗੁਰੂ ਜੀ ਜਦੋਂ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੇ ਸਮੇਤ ਪਟਨਾ ਸਾਹਿਬ ਸ਼ਹਿਰ ਦੇ ਬਾਰ-ਬਾਰ ਮਹਾਰਾਜ ਸਾਹਿਬ ਜੀ ਪਹੁੰਚੇ ਤੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਮੈਂ ਕੁਝ ਛਕ ਆਵਾਂ। ਸਤਿਗੁਰੂ ਕਹਿੰਦੇ ਜਾ ਮਰਦਾਨਿਆ, ਬੜਾ ਵੱਡਾ ਸ਼ਹਿਰ ਹੈ, ਸ਼ਹਿਰ ਚੋਂ ਕੁਝ ਛਕਿਆ। ਸਤਿਗੁਰੂ ਪੱਲੇ ਨਹੀਂ ਕੁਝ ਬੰਨਿਆ ਹੋਇਆ, ਬਾਜ਼ਾਰ ਚੋਂ ਮੈਨੂੰ ਕੌਣ ਕੋਈ ਦੇਵੇਗਾ ਇਸ ਤਰ੍ਹਾਂ। ਸਤਿਗੁਰੂ ਕਹਿੰਦੇ ਜੇ ਪੱਲੇ ਬੰਨਣ ਦੀ ਇੱਛਾ ਤੇ ਲੈ ਪੱਲੇ ਵੀ ਬੰਨ ਲਾ। ਜਿੱਥੇ ਤੁਰੇ ਜਾ ਰਹੇ ਸੀ ਉਹ ਰੇਤਾ ਜੀ ਸੀ, ਬਰੇਤਾ ਜਿਹਾ, ਉੱਥੇ ਹੀ ਮਹਾਰਾਜ ਨੇ ਚਰਨ ਲਾਏ ਤੇ ਇੱਕ ਲਾਲ ਦੇ ਦਿੱਤਾ। ਕਹਿੰਦੇ ਮਰਦਾਨਿਆ ਆ ਲੈ। ਮਹਾਰਾਜ ਇਹ ਕੀ ਆ? ਕਹਿੰਦੇ ਬੜਾ ਕੀਮਤੀ ਲਾਲ ਆ, ਜਾ ਇਹਨੂੰ ਵੇਚ ਕਰਕੇ ਤੇ ਕੁਝ ਲੈ ਆ। ਤੇ ਐਵੇਂ ਨਾ ਦੇ ਦਵੀਂ, ਸਸਤਾ ਨਾ ਦੇ ਦਵੀਂ, ਬਹੁਤ ਕੀਮਤ ਵਾਲਾ ਹੈ। ਸਤਿਗੁਰੂ ਜੀ ਕੋਈ ਨਾ ਕੋਈ ਕੌਤਕ ਰਚਦੇ। ਨਾਲੇ ਤੇ ਭਾਈ ਮਰਦਾਨਾ ਜੀ ਉਹਨਾਂ ਨੂੰ ਜਲ ਪਾਣੀ ਛਕਾਉਣਾ ਸੀ ਤੇ ਨਾਲੇ ਇਸ ਜੁਗਤੀ ਨਾਲ, ਇਸ ਢੰਗ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਹੋਰ ਵੀ ਜੀਵਾਂ ਨੂੰ ਉਪਦੇਸ਼ ਦੇਣਾ ਸੀ, ਕਲਿਆਣ ਕਰਨੀ। ਤਾਂ ਹੀ ਇਤਿਹਾਸਕਾਰ ਕਹਿੰਦੇ ਵੀ ਭਾਈ ਮਰਦਾਨਾ ਜੀ ਨੂੰ ਜੋ ਮਹਾਰਾਜ ਨੇ ਨਾਲ ਰੱਖਿਆ ਨਾ, ਤੇ ਇਹ ਤਾਂ ਸੰਸਾਰ ਨੂੰ ਤਾਰਨ ਦਾ ਬਹਾਨਾ ਹੀ ਬਣਾਇਆ ਮਹਾਰਾਜ ਨੇ। ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਮਹਾਰਾਜ ਦੇ ਸਾਥੀ। ਹੁਣ ਜਦੋਂ ਉਹ ਕੀਮਤੀ ਲਾਲ ਭਾਈ ਮਰਦਾਨਾ ਜੀ ਲੈ ਕੇ ਜਾਂਦੇ ਆ ਤੇ ਜਿਸ ਤਰ੍ਹਾਂ ਦੀਆਂ ਦੁਕਾਨਾਂ, ਕੋਈ ਕਹਿੰਦਾ ਜਿਹਦੇ ਕੋਲੇ ਫਲ ਵਾ ਉਹ ਕਹਿੰਦੇ ਥੋੜੇ ਜਿਹੇ ਫਲ ਲੈ ਜਾ। ਮੈਂ ਭਾਈ ਇਸ ਵੱਟੇ ਦਾ ਕੀ ਕਰਨਾ, ਇੱਥੇ ਤਕੜੀ ਨਾ ਬੰਨ ਲਵਾਂਗਾ। ਕੋਈ ਕਹਿੰਦਾ ਹੈ ਥੋੜੀ ਜਿਹੀ ਮਠਿਆਈ ਦੇ ਦਿੰਦਾ ਹਾਂ ਹਲਵਾਈ ਦੀ ਦੁਕਾਨ ਤੋਂ। ਜਿਹਦੇ ਕੋਲ ਜੋ ਵਸਤੂ ਸੀ ਉਹ ਥੋੜਾ ਥੋੜਾ ਦੇਣ ਵਾਸਤੇ ਤਿਆਰ ਹੋਇਆ। ਭਾਈ ਮਰਦਾਨਾ ਜੀ ਵਾਪਸ ਆ ਗਏ। ਆਖਿਆ ਮਹਾਰਾਜ ਆਪ ਜੀ ਤਾਂ ਕਹਿੰਦੇ ਹੋ ਵੀ ਇਹ ਬੜਾ ਕੀਮਤੀ ਲਾਲ ਆ, ਬਾਜ਼ਾਰ ਵਿੱਚ ਕੋਈ ਥੋੜੇ ਜਿਹੇ ਫਲ ਦਿੰਦਾ ਹੈ ਫਲਾਂ ਦੀ ਦੁਕਾਨ ਤੇ ਕੋਈ ਮਹਾਰਾਜ ਸਾਹਿਬ ਜੀ ਮਠਿਆਈ ਦੀ ਦੁਕਾਨ ਵਾਲਾ ਥੋੜੀ ਜਿਹੀ ਮਠਿਆਈ ਦਿੰਦਾ ਹੈ। ਸਤਿਗੁਰੂ ਕਹਿੰਦੇ ਜਿਨ੍ਹਾਂ ਕੋਲੇ ਤੂੰ ਲੈ ਕੇ ਗਿਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਚੀਜ਼ ਕੀ ਹੈ, ਇਹ ਵਸਤੂ ਕੀ ਹੈ। ਮਰਦਾਨਿਆ ਵਸਤੂ ਕੀਮਤੀ ਤੋਂ ਕੀਮਤੀ ਹੋਵੇ, ਜੇ ਉਹਨੂੰ ਜਾਣਨ ਵਾਲਾ ਨਹੀਂ ਤੇ ਉਹਦੀ ਕੀਮਤ ਨਹੀਂ ਪੂਰੀ ਲੱਗਦੀ। ਜਿੰਨਾ ਚਿਰ ਉਹਦੀ ਪਛਾਣ ਵਾਲਾ ਨਹੀਂ ਨਾ, ਉਹਦੀ ਕਦਰ ਕੀਮਤ ਜਾਣਨ ਵਾਲਾ ਨਹੀਂ, ਉਹਨਾਂ ਚਿਰ ਉਹਦੀ ਕੀਮਤ ਨਹੀਂ ਪੈਂਦੀ। ਮਹਾਰਾਜ ਕਹਿੰਦੇ ਸਾਲਸਰਾਏ ਜੌਹਰੀ ਦਾ ਘਰ ਪੁੱਛ ਕੇ ਜਾ ਇਸ ਸ਼ਹਿਰ ਵਿੱਚ, ਉਹ ਇਹਦੀ ਕੀਮਤ ਲਾਵੇਗਾ। ਫਿਰ ਪੁੱਛਿਆ ਬਾਜ਼ਾਰ ਵਿੱਚ ਜਾ ਕੇ ਲੋਕਾਂ ਨੂੰ ਕਿ ਮੈਂ ਸਾਲਸਰਾਏ ਜੌਹਰੀ ਦੇ ਘਰੇ ਜਾਣਾ। ਉਹਨਾਂ ਆਖਿਆ ਉਹ ਸਾਹਮਣੇ ਸਭ ਤੋਂ ਵੱਡੀ ਜਿਹੜੀ ਹਵੇਲੀ ਆ ਉਹ ਸਾਲਸਰਾਏ ਜੌਹਰੀ ਦੀ ਆ ਤੇ ਪਟਨੇ ਸ਼ਹਿਰ ਦਾ ਸਭ ਤੋਂ ਅਮੀਰ ਬੰਦਾ ਉਹੀ ਆ, ਉਹਦੇ ਘਰੇ ਜਾ। ਜਦੋਂ ਭਾਈ ਮਰਦਾਨਾ ਜੀ ਗਏ, ਜਾ ਦਰਵਾਜ਼ਾ ਖੜਕਾਇਆ, ਅਗਲੇ ਪਾਸੇ ਨੌਕਰ ਨੇ ਦਰਵਾਜ਼ਾ ਖੋਲ੍ਹਿਆ। ਉਹ ਨੌਕਰ ਦਾ ਨਾਮ ਸੀ ਅਦਰਕਾ, ਅਦਰਕਾ ਜੌਹਰੀ ਦਾ ਨੌਕਰ। ਆਖਿਆ ਜੀ ਮੈਂ ਆ ਲਾਲ ਵੇਚਣ ਵਾਸਤੇ ਆਇਆ। ਨੌਕਰ ਨੇ ਜਾ ਕੇ ਮਾਲਕ ਸਾਲਸਰਾਏ ਜੌਹਰੀ ਨੂੰ ਦੱਸਿਆ। ਜੌਹਰੀ ਆਇਆ ਬਾਹਰ, ਉਹਨੇ ਜਦੋਂ ਲਾਲ ਵੇਖਿਆ ਤੇ ਲਾਲ ਨੂੰ ਫੜ ਕੇ ਆਪਣੇ ਕਮਰੇ ਦੇ ਅੰਦਰ ਚਲੇ ਗਿਆ। ਭਾਈ ਮਰਦਾਨਾ ਜੀ ਆਖਿਆ, ਬੇਨਤੀ ਕੀਤੀ ਕਿ ਮੈਂ ਜੀ ਇਹ ਵੇਚਣ ਵਾਸਤੇ ਆਇਆ, ਇਹ ਲਾਲ ਤੁਸੀਂ ਲੈ ਲਓ ਤੇ ਮੈਨੂੰ ਇਹਦੇ ਪੈਸੇ ਦੇ ਦਿਓ। ਉਹ ਅੰਦਰ ਜਾਂਦਾ ਵਾ, ਇੱਕ ਥਾਲੀ ਦੇ ਵਿੱਚ ਉਹ ਲਾਲ ਵੀ ਰੱਖ ਦਿੰਦਾ ਤੇ ਨਾਲ 101 ਰੁਪਈਆ ਚਾਂਦੀ ਦਾ ਰੱਖਦਾ, ਚਾਂਦੀ ਦਾ 101 ਰੁਪਈਆ ਲਾਲ ਵੀ ਵਾਪਸ ਦੇ ਦਿੰਦਾ। ਭਾਈ ਮਰਦਾਨਾ ਜੀ ਕਹਿੰਦੇ ਆ ਕਿ ਜੌਹਰੀ ਸਾਹਿਬ ਇਹ ਲਾਲ ਤੁਸੀਂ ਰੱਖਿਆ ਨਹੀਂ। ਉਹ ਕਹਿੰਦਾ ਵੀ ਮੈਂ ਇਹਨੂੰ ਖਰੀਦ ਨਹੀਂ ਸਕਦਾ। ਜੀ ਕੀ ਗੱਲ? ਕਹਿੰਦਾ ਇਹਦੀ ਕੀਮਤ ਹੀ ਇੰਨੀ ਆ, ਮੇਰੇ ਕੋਲ ਇਹਦੀ ਕੀਮਤ ਦਿੱਤੀ ਨਹੀਂ ਜਾਣੀ। ਤੇ ਫਿਰ ਆ ਜਿਹੜੇ ਪੈਸੇ ਤੁਸੀਂ ਰੱਖੇ ਆ, ਕਹਿੰਦਾ ਵੀ ਇਹ ਤਾਂ ਇਸ ਨੂੰ ਵੇਖਣ ਦੀ ਭੇਟਾ ਹੀ ਆ। 101 ਰੁਪਈਆ ਇਹਦੇ ਦਰਸ਼ਨੀ ਭੇਟਾ ਹੀ ਆ, ਇਹਨੂੰ ਵੇਖਣ ਦੀ ਭੇਟਾ ਹੀ ਆ, ਇਹ ਬਹੁਤ ਜ਼ਿਆਦਾ ਕੀਮਤੀ। ਉਹਨੇ ਕਿਹਾ ਵੇਚਣ ਵਾਲਿਆ ਵੇਚਦਾ ਤੇ ਤੂੰ ਵੀ ਫਿਰਦਾ, ਪਰ ਪਤਾ ਤੈਨੂੰ ਵੀ ਨਹੀਂ ਹੈਗਾ ਵੀ ਇਹਦੀ ਕਿੰਨੀ ਕੀਮਤ ਆ। ਉਹ ਜਾਣਦਾ ਸੀ। ਭਾਈ ਮਰਦਾਨਾ ਜੀ ਬੜੇ ਖੁਸ਼ ਵੀ ਇਹਨੂੰ ਵਿਖਾਉਣ ਦੀ 101 ਰੁਪਈਆ ਮਿਲ ਗਿਆ। ਵਾਪਸ ਆਏ ਤੇ ਮਹਾਰਾਜ ਸਾਹਿਬ ਜੀ ਨੂੰ ਸਾਰੀ ਗੱਲ ਦੱਸੀ, ਗਰੀਬ ਨਵਾਜ ਨੂੰ। ਸਤਿਗੁਰੂ ਕਹਿੰਦੇ ਵੀ ਮਰਦਾਨਿਆ ਇਹ ਲਾਲ ਵੇਚ ਕੇ ਆ, ਜਾਂ ਉਹਨੂੰ ਕਹਿ ਵੀ ਇਹਨੂੰ ਖਰੀਦ, ਜੇ ਨਹੀਂ ਖਰੀਦਣਾ ਤੇ ਆਪਣੇ ਪੈਸੇ ਵਾਪਸ ਲੈ, ਇਸ ਤਰ੍ਹਾਂ ਆਪਾਂ ਪੈਸੇ ਨਹੀਂ ਲੈਣੇ।
ਭਾਈ ਮਰਦਾਨਾ ਜੀ ਨੇ ਕਈ ਗੇੜੇ ਮਾਰੇ ਇਧਰੋਂ, ਉਹ ਪੈਸੇ ਨਹੀਂ ਲੈਂਦਾ, ਉਹ ਕਹਿੰਦਾ ਵੀ ਸਾਡੀ ਮਰਿਆਦਾ ਜੌਹਰੀਆਂ ਦੀ, ਜਿਹੜੇ ਅਸੀਂ ਦਰਸ਼ਨੀ ਭੇਟਾ ਦੇ ਦਈਏ ਇੱਕ ਵਾਰੀ ਉਹ ਵਾਪਸ ਥੋੜਾ ਲਈਦੀ ਆ। ਇਧਰੋਂ ਬਾਬਾ ਜੀ ਕਹਿੰਦੇ ਮਰਦਾਨਿਆਂ ਜੇ ਆਪਾਂ ਲਾਲ ਵੇਚਿਆ ਨਹੀਂ ਤੇ ਪੈਸੇ ਕਿਉਂ ਲੈਣੇ। ਭਾਈ ਮਰਦਾਨੇ ਨੇ ਕਈ ਇਧਰ ਉਧਰ ਗੇੜੇ ਮਾਰੇ, ਆਖਰਕਾਰ ਉਹ ਜੌਹਰੀ ਪ੍ਰਭਾਵਿਤ ਹੋਇਆ। ਉਹਨੇ ਕਿਹਾ ਵੀ ਐਸਾ ਕੌਣ ਹੈ ਜਿਹੜਾ 101 ਰੁਪਈਆ ਵੀ ਨਹੀਂ ਰੱਖ ਰਿਹਾ। ਅੱਜ ਦੇ ਲੱਖਾਂ ਰੁਪਈਏ ਵਰਗਾ ਸੀ ਉਹ ਉਦੋਂ ਦਾ 101 ਰੁਪਈਆ। ਉਹਦਾ ਮਨ ਪ੍ਰਭਾਵਿਤ ਹੋਇਆ, ਉਹਨੇ ਆਪਣੇ ਨੌਕਰ ਨੂੰ ਨਾਲ ਲਿਆ, ਇੱਕ ਫਲਾਂ ਦੀ ਟੋਕਰੀ ਚਕਾਈ ਅਧਰੱਕੇ ਦੇ ਸਿਰ ਉੱਤੇ ਤੇ ਜੌਹਰੀ ਚੱਲ ਕੇ ਆ ਗਿਆ ਜਿੱਥੇ ਨਗਰ ਤੋਂ ਬਾਹਰ ਪਟਨੇ ਸਾਹਿਬ ਤੋਂ ਮਹਾਰਾਜ ਬੈਠੇ ਸੀ ਨਾ, ਉੱਥੇ ਆ ਉਹਨੇ ਟੋਕਰੀ ਰੱਖੀ ਤੇ ਮਹਾਰਾਜ ਨੂੰ ਨਮਸਕਾਰ ਕੀਤੀ। ਤੇ ਗਰੀਬ ਨਵਾਜ਼ ਸਾਹਿਬ ਜੀ ਨੇ ਬਚਨ ਕੀਤਾ। ਸਤਿਗੁਰੂ ਕਹਿਣ ਲੱਗੇ, ਜੌਹਰੀਆ ਤੂੰ ਹੀਰੇ ਲਾਲ ਬੜੀ ਚੰਗੀ ਤਰ੍ਹਾਂ ਪਰਖ ਲੈਣਾ ਹੈ, ਤੈਨੂੰ ਬੜੀ ਜਾਚ ਹੈ ਹੀਰਿਆਂ ਲਾਲਾਂ ਦੀ ਪਰਖਣ ਦੀ, ਕਦੀ ਆਪਣੇ ਆਪ ਨੂੰ ਪਰਖਿਆ ਹੀ? ਜਿਹੜਾ ਮਨੁੱਖਾ ਜਨਮ ਰੂਪੀ ਹੀਰਾ ਪ੍ਰਾਪਤ ਹੋਇਆ ਇਹਦੀ ਪਰਖ ਕੀਤੀ? ਉਹਦੇ ਭਾਗ ਬੜੇ ਚੰਗੇ ਸੀ, ਕਿਉਂਕਿ ਚੰਗੇ ਭਾਗ ਹੋਣ, ਵੱਡੇ ਭਾਗ ਹੋਣ ਤਾਂ ਗੁਰੂ ਦਾ ਦਰਸ਼ਨ ਪ੍ਰਾਪਤ ਹੁੰਦਾ। ਵਡਭਾਗੀ ਹਰ ਸੰਗਤ ਪਾਵੈ। ਉਹਨੇ ਬੇਨਤੀ ਕੀਤੀ ਹੱਥ ਜੋੜ ਕੇ, ਸਾਲਸਰਾਏ ਜੌਹਰੀ ਨੇ ਆਖਿਆ ਜੀ ਕਦੀ ਉਸਤਾਦ ਮਿਲਿਆ ਸੀ ਮੈਨੂੰ, ਉਹਨੇ ਇਹ ਹੀਰੇ ਲਾਲ ਪਰਖਣ ਦੀ ਜਾਚ ਸਿਖਾ ਦਿੱਤੀ ਤੇ ਮੈਨੂੰ ਆ ਗਈ। ਅੱਜ ਤੁਸੀਂ ਮਿਲੇ ਹੋ ਤੇ ਮਨੁੱਖਾ ਜਨਮ ਪਰਖਣ ਦੀ ਜਾਚ ਤੁਸੀਂ ਸਿਖਾ ਦਿਓ ਮਹਾਰਾਜ, ਤੁਸੀਂ ਕਿਰਪਾ ਕਰੋ। ਤੇ ਸਤਿਗੁਰੂ ਕਹਿੰਦੇ ਜੇ ਫਿਰ ਪਰਖਣਾ ਹੀ ਆਪਣੇ ਆਪ ਨੂੰ ਤੇ ਇਹ ਜਿਹਦੇ ਸਿਰ ਤੇ ਟੋਕਰੀ ਚਕਾ ਕੇ ਲਿਆਇਆ ਇਹ ਕੌਣ ਹੈ? ਕਹਿੰਦਾ ਜੀ ਇਹ ਮੇਰਾ ਨੌਕਰ ਆ, ਅਧਰੱਕਾ ਇਹਦਾ ਨਾਮ ਆ। ਸਤਿਗੁਰੂ ਕਹਿੰਦੇ ਜੌਹਰੀਆ ਇਹਦੇ ਪੈਰਾਂ ਦੇ ਉੱਤੇ ਸਿਰ ਰੱਖ ਕੇ ਮੱਥਾ ਟੇਕ। ਕੋਈ ਛੋਟੀ ਗੱਲ ਨਹੀਂ ਸੀ। ਕੋਈ ਸਾਰੇ ਸ਼ਹਿਰ ਵਿੱਚੋਂ ਅਮੀਰ ਬੰਦਾ ਹੋਵੇ ਤੇ ਆਪਣੇ ਨੌਕਰ ਦੇ ਪੈਰਾਂ ਤੇ ਸਿਰ ਰੱਖ ਕੇ ਮੱਥਾ ਕਿਵੇਂ ਟੇਕੂਗਾ ਭਲਾ? ਉਹ ਤੇ ਕਹਿੰਦਾ ਸਾਰੇ ਸ਼ਹਿਰ ਦੇ ਲੋਕ ਮੈਨੂੰ ਮੱਥਾ ਟੇਕਣ, ਐਸੀ ਭਾਵਨਾ ਹੁੰਦੀ ਅਮੀਰ ਧਨਾੜ ਦੀ। ਸਤਿਗੁਰੂ ਕਹਿੰਦੇ ਵੀ ਆਪਣੇ ਨੌਕਰ ਦੇ ਪੈਰਾਂ ਤੇ ਸਿਰ ਰੱਖ ਕੇ ਮੱਥਾ ਟੇਕ ਅਧਰੱਕੇ ਦੀ। ਉਹਨੇ ਕਿਹਾ ਜੀ 7 ਵਚਨ। ਹੱਥ ਜੋੜੇ ਤੇ ਆਪਣੇ ਨੌਕਰ ਦੇ ਪੈਰਾਂ ਦੇ ਉੱਤੇ ਸਿਰ ਰੱਖ ਕੇ ਸਾਲਸਰਾਏ ਜੌਹਰੀ ਨੇ ਮੱਥਾ ਟੇਕਿਆ। ਜਗਤ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਤੇ ਉਹਨੂੰ ਗਿਆਨ ਬਖਸ਼ ਦਿੱਤਾ, ਉਹਦੇ ਕਵਾੜ ਖੋਲ ਦਿੱਤੇ। ਫਿਰ ਉਹਨੇ ਬੇਨਤੀ ਕੀਤੀ ਸਾਲਸਰਾਏ ਜੌਹਰੀ ਨੇ ਕਿ ਮਹਾਰਾਜ ਹੁਣ ਬਾਹਰ ਹੀ ਬੈਠੇ ਰਹਿਣਾ, ਕਿਰਪਾ ਕਰੋ, ਤੁਹਾਡਾ ਬਖਸ਼ਿਆ ਘਰ ਹੈ, ਘਰੇ ਚਰਨ ਪਾਓ। ਫਿਰ ਉਹਦੀ ਬੇਨਤੀ ਕਰਕੇ ਉਹਦੀ ਹਵੇਲੀ ਵਿੱਚ ਗਏ ਮਹਾਰਾਜ ਸਾਹਿਬ। ਕਈ ਦਿਨ ਉੱਥੇ ਕੀਰਤਨ ਕੀਤਾ, ਸੰਗਤਾਂ ਆਉਣ ਲੱਗ ਪਈਆਂ, ਲੰਗਰ ਚੱਲਣ ਲੱਗ ਪਏ। ਫਿਰ ਮਹਾਰਾਜ ਉੱਥੋਂ ਚੱਲਣ ਲੱਗੇ ਅੱਗੇ। ਕਹਿੰਦਾ ਸਤਿਗੁਰੂ ਰੁਕ ਜਾਓ। ਮਹਾਰਾਜ ਕਹਿੰਦੇ ਨਹੀਂ ਹੁਣ ਜਾਣਾ। ਫਿਰ ਕਦੋਂ ਆਓਗੇ? ਮਹਾਰਾਜ ਕਹਿੰਦੇ ਫਿਰ ਤਾਂ ਨਹੀਂ ਆਉਣਾ, ਇਹ ਤਾਂ ਹੁਣ ਕਰਤਾਰ ਦੇ ਵਾਸੀ ਹੈ, ਫਿਰ ਨਹੀਂ ਦੁਬਾਰਾ ਆਉਣਾ। ਕਹਿੰਦਾ ਜੇ ਫੇਰ ਆਉਣਾ ਨਹੀਂ ਤੇ ਫਿਰ ਜਾਣਾ ਕਿਉਂ? ਮਹਾਰਾਜ ਕਹਿੰਦੇ ਨਹੀਂ ਜਾਣਾ ਵੀ ਜ਼ਰੂਰ। ਉਹਦਾ ਬਹੁਤਾ ਪ੍ਰੇਮ ਵੇਖ ਕੇ ਫਿਰ ਮਹਾਰਾਜ ਨੇ ਬਚਨ ਕੀਤਾ, ਜੌਹਰੀਆ ਹੁਣ ਤਾਂ ਜਾਣ ਦੇ, ਪਰ 10ਵਾਂ ਜਾਮਾ ਤੇਰੇ ਘਰੇ ਆ ਕੇ ਧਾਰਨ ਕਰਾਂਗੇ। 10ਵਾਂ ਜਾਮਾ ਇੱਥੇ ਆ ਕੇ ਪ੍ਰਗਟ ਕਰਾਂਗੇ। ਤਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਟਨੇ ਸਾਹਿਬ ਜਾ ਕਰਕੇ ਪ੍ਰਕਾਸ਼ ਧਾਰਿਆ। ਇਹ ਜਗਤ ਗੁਰੂ ਪਹਿਲੇ ਪਾਤਸ਼ਾਹੀ ਨੇ ਉੱਥੇ ਬਚਨ ਕੀਤਾ ਸੀ। ਪਰ ਹੀਰੇ ਦੀ ਗੱਲ ਚੱਲੀ ਹੈ, ਸੋ ਹੀਰੇ ਦੀ ਹਰ ਕੋਈ ਪਰਖ ਨਹੀਂ ਕਰਦਾ, ਕੋਈ ਜੌਹਰੀ ਕਰਦਾ ਹੈ। ਤੇ ਨਾਮ ਵੀ ਹੀਰਾ ਹੈ, ਨਿਰਮੋਲਕ ਹੈ, ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਇਹ ਵੀ ਜਿਸ ਨੂੰ ਗੁਰੂ ਸਾਹਿਬ ਜੀ ਪਰਖਾਉਣ ਉਹੀ ਜਾਣਦਾ। ਸਤਿਗੁਰੂ ਕਹਿੰਦੇ ਨਾਮ ਰਤਨ ਹੈ, ਨਾਮ ਐਸਾ ਹੀਰਾ ਹੈ ਜਿਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਤਿਤ ਰਾਤਾ ਮੇਰਾ ਮਨ ਧੀਰਾ, ਇਹ ਸਿੱਧੋ ਉਸ ਨਾਮ ਰੂਪੀ ਹੀਰੇ ਦੇ ਨਾਲ ਰੰਗਿਆ ਹੋਇਆ ਮੇਰਾ ਮਨ ਧੀਰਜ ਦੇ ਸਹਿਤ ਹੋ ਗਿਆ ਹੈ। ਹਉਮੈ ਮਮਤਾ ਰੋਗ ਨ ਲਾਗੈ, ਜਿਹੜੇ ਭਾਈ ਨਾਮ ਨਾਲ ਰੰਗੇ ਜਾਂਦੇ ਉਹਨਾਂ ਦੇ ਅੰਦਰੋਂ ਦੇਹ ਦੀ ਹਉਮੈ ਵੀ ਖਤਮ ਹੋ ਜਾਂਦੀ ਆ ਤੇ ਆਪਣੇ ਸੇਵਕ ਬਣਾਉਣ ਦੀ ਮਮਤਾ ਵੀ ਖਤਮ ਹੋ ਜਾਂਦੀ ਹੈ ਤੇ ਉਹਨਾਂ ਨੂੰ ਤ੍ਰਿਸ਼ਨਾ ਦਾ ਰੋਗ ਵੀ ਨਹੀਂ ਲੱਗਦਾ ਹੈ। ਰਾਮ ਭਗਤ ਜਮ ਕਾ ਭਉ ਭਾਗੈ, ਜਿਹੜੇ ਸਰਬ ਵਿਆਪਕ ਰਾਮ ਦੀ ਭਗਤੀ ਕਰਦੇ ਜਮਾਂ ਦਾ ਡਰ ਉਹਨਾਂ ਦਾ ਭੱਜ ਜਾਂਦਾ ਹੈ। ਜਮਾਨੇ ਦਾ ਡਰ ਵੀ ਭੱਜ ਜਾਂਦਾ ਹੈ, ਜਮਾ ਹੋਇਆ ਡਰ ਵੀ ਭੱਜ ਜਾਂਦਾ ਹੈ। ਜਮ ਜਮਦਾਰ ਨ ਲਾਗੈ ਮੋਹੇ, ਉਹਨਾਂ ਨੂੰ ਮੋਹ ਨਹੀਂ ਲੱਗਦਾ
ਤੇ ਜਮ ਜਿਹੜਾ ਜਿੰਦ ਦਾ ਅਰੀ ਵੈਰੀ ਹੈ ਉਹ ਨਹੀਂ ਨੇੜੇ ਲੱਗਦਾ। ਨਿਰਮਲ ਨਾਮ ਹਿਰਦੈ ਹਰਿ ਸੋਭੈ। ਉਹ ਭਾਈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਵਿੱਤਰ ਨਾਮ ਨਿਰਮਲ ਨਾਮ ਹਰੀ ਦਾ ਸੋਭਾ ਪਾਉਂਦਾ ਹੈ, ਚਮਕਦਾ ਹੈ। ਸ਼ਬਦ ਵਿਚਾਰ ਭੈ ਨਿਰੰਕਾਰੀ। ਗਰੀਬ ਨਵਾਜ ਕਹਿੰਦੇ ਸ਼ਬਦ ਦੀ ਵਿਚਾਰ ਕਰਕੇ ਅਸੀਂ ਨਿਰੰਕਾਰ ਨਾਲ ਜੁੜ ਕੇ ਨਿਰੰਕਾਰੀ ਹੋ ਗਏ ਹਾਂ, ਜੋ ਆਕਾਰ ਤੋਂ ਰਹਿਤ ਪਰਮੇਸ਼ਰ ਹੈ। ਗੁਰਮਤਿ ਜਾਗੇ ਦੁਰਮਤਿ ਪਰਹਾਰੀ। ਜਿਨ੍ਹਾਂ ਦੇ ਅੰਦਰ ਗੁਰੂ ਦੀ ਮੱਤ ਪ੍ਰਾਪਤ ਹੋਈ ਹੈ, ਗਿਆਨ ਜਾਗਰਤ ਵਿੱਚ ਉਹ ਜਾਗੇ ਆ, ਉਹਨਾਂ ਦੀ ਖੋਟੀ ਮੱਤ ਵਿਸ਼ਿਆਂ ਨੂੰ ਧਾਰਨ ਕਰਨ ਵਾਲੀ, ਔਗਣਾਂ ਨੂੰ ਧਾਰਨ ਕਰਨ ਵਾਲੀ ਪਰੇ ਹੋ ਗਈ। ਅਣ ਦਿਨ ਜਾਗ ਰਹੇ ਲਿਵ ਲਾਈ। ਉਹ ਗੁਰਮੁਖ ਦਿਨੇ ਰਾਤ ਗਿਆਨ ਜਾਗਰਤ ਵਿੱਚ ਜਾਗਦੇ ਆ, ਲਿਵ ਲਾ ਕੇ ਰੱਖਦੇ ਵਾਹਿਗੁਰੂ ਜੀ ਦੇ ਨਾਲ। ਜੀਵਨ ਮੁਕਤ ਗਤ ਅੰਤਰ ਪਾਈ। ਉਹਨਾਂ ਜੀਵਨ ਮੁਕਤੀ ਦੀ ਗਤ ਪ੍ਰਾਪਤੀ ਕੀਤੀ ਹੈ, ਅੰਤਰ ਹੀ ਪਾਈ, ਅੰਦਰ ਹੀ ਪਾ ਲਈ ਹੈ ਉਹਨਾਂ ਨੇ, ਅੰਦਰ ਹੀ ਉਹਨਾਂ ਨੇ ਗਤ ਦੀ ਉੱਚੀ ਅਵਸਥਾ ਪ੍ਰਾਪਤ ਕਰ ਲਈ ਹੈ, ਜਿਉਂਦਿਆਂ ਮੁਕਤ ਹੋ ਗਏ। ਅਲਿਪਤ ਗੁਫਾ ਮਹਿ ਰਹੇ ਨਿਰਾਰੇ। ਜੋ ਅਲਿਪਤ ਨਿਰਲੇਪ ਸਰੂਪ ਹੈ ਨਾ ਪਰਮੇਸ਼ਰ, ਸਾਰਿਆਂ ਵਿੱਚ ਵਸਦਾ ਆ ਫਿਰ ਵੀ ਨਿਰਲੇਪ ਹੈ। ਤੋ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ, ਉਸ ਇਕਾਂਤ ਸਰੂਪ ਦੇ ਵਿੱਚ, ਨਿਰਲੇਪ ਸਰੂਪ ਦੇ ਵਿੱਚ ਇਹੀ ਗੁਫਾ ਹੈ ਉਹਨਾਂ ਗੁਰਮੁਖਾਂ ਵਾਹਿਗੁਰੂ ਪਿਆਰਿਆਂ ਦੀ। ਅਲਿਪਤ ਗੁਫਾ ਮਹਿ ਰਹੇ ਨਿਰਾਰੇ, ਉਹ ਸੰਸਾਰ ਤੋਂ ਨਿਆਰੇ ਉਹ ਕਰਕੇ ਰਹਿੰਦੇ ਹਨ, ਤੇ ਉਹ ਅਲਿਪਤ ਸਰੂਪ ਪਰਮੇਸ਼ਰ ਹੀ ਉਹਨਾਂ ਵਾਸਤੇ ਗੁਫਾ ਹੈ, ਉਹਦੇ ਵਿੱਚ ਉਹਨਾਂ ਦਾ ਵਾਸਾ ਰਹਿੰਦਾ ਹੈ। ਤਸ ਕਰ ਪੰਜ ਸ਼ਬਦ ਸਿੰਘ ਸੰਘਾਰੇ। ਗੁਰੂ ਕੇ ਸ਼ਬਦ ਉਪਦੇਸ਼ ਦੇ ਨਾਲ ਜਿਹੜੇ ਪੰਜ ਚੋਰ ਹਨ, ਕਾਮ ਕ੍ਰੋਧ ਲੋਭ ਹੰਕਾਰ, ਇਹਨਾਂ ਨੂੰ ਗੁਰਮੁਖਾਂ ਨੇ ਸੰਘਾਰ ਦਿੱਤਾ, ਖਤਮ ਕਰ ਦਿੱਤਾ ਹੈ। ਪਰ ਘਰ ਜਾਏ ਨਾ ਮਨ ਡੋਲਾਏ। ਉਹ ਪਰਾਏ ਘਰਾਂ ਵਿੱਚ ਜਾਂਦੇ ਤੇ ਉਹਨਾਂ ਦਾ ਮਨ ਨਹੀਂ ਡੋਲਦਾ। ਜਿਵੇਂ ਮਹਾਰਾਜ ਨੇ ਪਿਛਲੇ ਸ਼ਬਦ ਵਿੱਚ ਕਿਹਾ ਸੀ ਕਿ ਜੋਗੀ ਮਾਤਾ ਕਹਿ ਕਰਕੇ ਮੰਗਦੇ ਆ, ਜਿਸ ਵੇਲੇ ਭਿਖਿਆ ਲੈਣ ਵਾਸਤੇ ਜਾਂਦੇ ਆ ਤੇ ਇਸਤਰੀ ਜਾਣ ਕੇ ਲੋਭਾਇਮਾਨ ਹੋ ਜਾਂਦੇ। ਮਾਈ ਮਾਗਤ ਤ੍ਰੈ ਲੋਭਾਵ ਹੈ। ਤਾਂ ਸਤਿਗੁਰੂ ਕਹਿੰਦੇ ਉਹਨਾਂ ਦਾ ਮਨ ਜਿਹੜਾ ਉਹ ਪਰਾਏ ਘਰਾਂ 'ਚ ਜਾ ਕੇ ਡੋਲਦਾ ਨਹੀਂ ਹੈ, ਅਡੋਲ ਹੋ ਜਾਂਦਾ ਹੈ। ਤੇ ਉਹਨਾਂ ਦਾ ਮਨ ਜਿਹੜਾ ਪਰਾਏ ਘਰ ਕੀ ਗੁਰੂ ਪਰਮੇਸ਼ਰ ਦਾ ਘਰ ਛੱਡ ਕੇ ਦੇਵੀ ਦੇਵਤਿਆਂ ਦੇ ਘਰ ਵਿੱਚ ਨਹੀਂ ਜਾਂਦਾ, ਹੋਰ ਪਾਸਿਓਂ ਨਹੀਂ ਉਹ ਡੋਲਦੇ ਮੰਗਦੇ। ਸਹਿਜ ਨਿਰੰਤਰ ਰਹੋ ਸਮਾਏ। ਗਰੀਬ ਨਵਾਜ ਕਹਿੰਦੇ ਉਹ ਸਹਿਜੇ ਹੀ ਬਿਨਾਂ ਅੰਤਰੇ ਤੋਂ ਫਰਕ ਤੋਂ ਸਮਾਏ ਰਹਿੰਦੇ ਪਰਮੇਸ਼ਰ ਦੇ ਵਿੱਚ, ਅਥਵਾ ਅਸੀਂ ਸਹਿਜੇ ਹੀ ਇੱਕ ਰਸ ਵਾਹਿਗੁਰੂ ਜੀ ਦੇ ਵਿੱਚ ਸਮਾਏ ਰਹਿੰਦੇ, ਲੀਨ ਹੋਏ ਰਹਿੰਦੇ ਹਾਂ। ਗੁਰਮੁਖ ਜਾਗ ਰਹੇ ਓ ਤੂਤਾ। ਗੁਰਮੁਖ ਮਹਾਰਾਜ ਗਰੀਬ ਨਵਾਜ ਕਹਿੰਦੇ ਗਿਆਨ ਜਾਗਰਤ ਵਿੱਚ ਜਾਗਦੇ ਆ, ਐਸੇ ਉਹ ਸੁੱਧ ਸਰੂਪ ਅਵਧੂਤ ਸਾਧੂ ਹਨ। ਸਦ ਬੈਰਾਗੀ ਤਤ ਪਰੋਤਾ। ਉਹ ਸਦਾ ਹੀ ਬੈਰਾਗ ਦੇ ਸਹਿਤ ਹਨ, ਰਾਗ ਮੋਹ ਤੋਂ ਰਹਿਤ ਹਨ। ਤਤ ਜਿਹੜਾ ਹੈ ਸਿਧਾਂਤ ਸਰੂਪ ਪਰਮੇਸ਼ਰ, ਉਹਦੇ ਵਿੱਚ ਉਹ ਪਰੋਤੇ ਹੋਏ ਹਨ ਤੇ ਤਿਆਰ ਪਰ ਤਿਆਰ ਰਹਿੰਦੇ ਹਨ ਤਤ ਪਰ। ਜਗ ਸੁਤਾ ਮਰ ਆਵੈ ਜਾਏ। ਸੰਸਾਰ ਜਿਹੜਾ ਉਹ ਸੁੱਤਾ ਹੋਇਆ ਹੈ ਅਵਿਦਿਆ ਵਿੱਚ, ਅਗਿਆਨਤਾ ਵਿੱਚ, ਅਗਿਆਨਤਾ ਦੀ ਨੀਂਦ ਵਿੱਚ, ਇਸ ਕਰਕੇ ਮਰਦਾ ਹੈ, ਆਉਂਦਾ ਹੈ, ਜਾਂਦਾ ਹੈ, ਜੰਮਦਾ ਹੈ, ਮਰਦਾ ਹੈ, ਆਵਾਗਮਨ ਵਿੱਚ ਸੰਸਾਰ ਪਿਆ ਹੋਇਆ ਹੈ। ਬਿਨ ਗੁਰ ਸ਼ਬਦ ਨ ਸੋਝੀ ਪਾਏ। ਕਿਉਂਕਿ ਬਿਨਾਂ ਗੁਰੂ ਕੇ ਉਪਦੇਸ਼ ਤੋਂ, ਬਿਨਾਂ ਗੁਰੂ ਕੇ ਸ਼ਬਦ ਤੋਂ ਸੰਸਾਰ ਦੇ ਜੀਵਾਂ ਨੂੰ ਸੋਝੀ ਨਹੀਂ ਪ੍ਰਾਪਤ ਹੋ ਰਹੀ। ਅਨਹਦ ਸ਼ਬਦ ਵਜੈ ਦਿਨ ਰਾਤੀ। ਇਹ ਭਾਈ ਹਰੇਕ ਹਿਰਦੇ ਵਿੱਚ ਹੱਦ ਤੋਂ ਰਹਿਤ ਇੱਕ ਰਸ ਸ਼ਬਦ ਉਹ ਬ੍ਰਹਮ ਵੱਜ ਰਿਹਾ ਹੈ, ਉਹਦਾ ਸ਼ਬਦ ਦਾ ਨਾਮ ਦਾ ਵਾਜਾ ਦਿਨੇ ਰਾਤ ਵੱਜ ਰਿਹਾ ਹੈ। ਅਵਗਤ ਕੀ ਗਤ ਗੁਰਮੁਖ ਜਾਤੀ। ਤੇ ਸੰਸਾਰ ਦੇ ਜੀਵ ਜਿਹੜੇ ਹਨ ਇਹ ਬਾਹਰ ਸੰਸਾਰਾਕਾਰ ਬਿਰਤੀ ਹੋ ਰਹੀ ਹੈ, ਇਸ ਕਰਕੇ ਨਿਰੰਕਾਰ ਦੇ ਸ਼ਬਦ ਦੇ ਵਾਜੇ ਨੂੰ ਇਹ ਸੁਣਦੇ ਨਹੀਂ ਹਨ। ਉਹ ਵਾਜਾ ਤੇ ਵੱਜ ਹੀ ਰਿਹਾ ਇੱਕ ਰਸ, ਇਹ ਸੁੱਤੇ ਹੋਏ ਹਨ ਅਗਿਆਨ ਦੀ ਨੀਂਦ ਵਿੱਚ। ਮਹਾਰਾਜ ਕਹਿੰਦੇ ਅਵਗਤ ਕੀ ਗਤ ਗੁਰਮੁਖ ਜਾਤੀ, ਜਿਹੜੇ ਗੁਰੂ ਕੀ ਸ਼ਰਨ ਪਏ ਨਾ ਉਹਨਾਂ ਨੇ ਪ੍ਰਾਪਤ ਸਰੂਪ ਦੀ ਜਿਹੜੀ ਪ੍ਰਾਪਤੀ ਦੀ ਗਤ ਅਵਸਥਾ ਹੈ ਉਸ ਨੂੰ ਜਾਣਿਆ ਹੈ ਤਾਂ ਪਰਮੇਸ਼ਰ ਪ੍ਰਾਪਤ ਹੀ ਉਹ ਅੰਦਰ ਹੀ ਹੈ, ਕਿਤੇ ਦੂਰ ਤਾਂ ਨਹੀਂ ਹੈ। ਸਤਿਗੁਰੂ ਕਹਿੰਦੇ ਭੁੱਲਾ ਹੋਇਆ ਹੈ ਜੀਵ, ਉਹਦੇ ਨਾਲੋਂ ਟੁੱਟਾ ਹੋਇਆ ਹੈ ਅੰਦਰ ਹੀ। ਸਭ ਕਿਛ ਘਰ ਮਹਿ ਬਾਹਰ ਨਾਹੀ, ਬਾਹਰ ਟੋਲਹਿ ਸੋ ਭਰਮ ਭੁਲਾਹੀ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਪਰ ਜਦੋਂ ਗੁਰੂ ਕੀ ਕਿਰਪਾ ਹੁੰਦੀ ਹੈ, ਗੁਰਮੁਖ ਜਾਤੀ, ਫਿਰ ਗੁਰਮੁਖਾਂ ਨੇ ਜਾਤੀ ਜਾਣਿਆ। ਅਵਗਤ ਜੋ ਵਿਅਕਤੀ ਤੋਂ ਰਹਿਤ ਹੈ, ਜੋ ਨਿਰੰਕਾਰ ਸਰੂਪ ਪਰਮੇਸ਼ਰ ਹੈ ਤੇ ਪ੍ਰਾਪਤ ਸਰੂਪ ਹੈ, ਉਹਦੀ ਜਿਹੜੀ ਗਤ ਹੈ, ਪ੍ਰਾਪਤੀ ਦੀ ਗਤ ਅਵਸਥਾ ਹੈ, ਇਹ ਗੁਰਮੁਖਾਂ ਨੇ ਜਾਣੀ ਹੈ। ਜੋ ਬ੍ਰਹਮੰਡੇ ਸੋਈ ਪਿੰਡੇ,
ਜੋ ਖੋਜੇ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਸਤਿਗੁਰੂ ਜੀ ਨੇ ਲਿਖਾਇਆ ਹੈ, ਜਿਸ ਨੂੰ ਤੂੰ ਜਾਣ ਆਏ ਹੈ, ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਤਉ ਜਾਣੀ ਜਾ ਸ਼ਬਦ ਪਛਾਨੀ। ਤਾਂ ਮਹਾਰਾਜ ਕਹਿੰਦੇ ਇਸ ਅਵਸਥਾ ਨੂੰ ਜਾਣਿਆ ਹੈ ਜਦੋਂ ਭਾਈ ਸ਼ਬਦ ਨੂੰ ਪਛਾਣਿਆ, ਜਦੋਂ ਸ਼ਬਦ ਨਾਲ ਜੁੜਿਆ ਹੈ, ਸ਼ਬਦ ਦੀ ਪਛਾਣ ਕੀਤੀ ਹੈ, ਗੁਰੂ ਕੇ ਉਪਦੇਸ਼ ਨਾਲ ਜੁੜਿਆ ਹੈ, ਫਿਰ ਜਾਣਿਆ ਹੈ। ਏਕੋ ਰਵ ਰਹਿਆ ਨਿਰਵਾਨੀ। ਫਿਰ ਸਮਝਿਆ ਹੈ ਇਸ ਗੱਲ ਨੂੰ ਵੀ ਕੋਈ ਉਹ ਵਿਆਪਕ ਹੋ ਰਿਹਾ ਹੈ ਜਿਹੜਾ ਨਿਰਵਾਣ ਹੈ, ਬੰਧਨਾਂ ਤੋਂ ਰਹਿਤ ਹੈ, ਜਿਹਨੂੰ ਕੋਈ ਵੀ ਬੰਧਨ ਨਹੀਂ, ਉਹ ਪਰਮੇਸ਼ਰ ਵਾਹਿਗੁਰੂ ਇੱਕੋ ਹੀ ਸਾਰੇ ਪਾਸੇ ਵਿਆਪਕ ਹੈ। ਸੁਨ ਸਮਾਧ ਸਹਿਜ ਮਨ ਰਤ। ਫਿਰ ਗੁਰਮੁਖਾਂ ਦਾ ਉਸ ਸੁੰਨ ਸਮਾਧੀ ਵਿੱਚ ਸਹਿਜੇ ਮਨ ਰੰਗਿਆ ਜਾਂਦਾ, ਲੀਨ ਹੋ ਜਾਂਦਾ। ਜਿੱਥੇ ਮਾਇਆ ਦਾ ਕੋਈ ਰੌਲਾ ਰੱਪਾ ਨਹੀਂ ਹੈ, ਉਸ ਅਵਸਥਾ ਵਿੱਚ, ਉਹ ਸੁੰਨ ਅਫੁਰ ਅਵਸਥਾ ਦੇ ਵਿੱਚ, ਉੱਥੇ ਉਹਨਾਂ ਦੀ ਸਮਾਧੀ ਲੱਗ ਜਾਂਦੀ ਹੈ। ਅੰਤਰ ਸੁੰਨੰ ਬਾਹਰ ਸੁੰਨੰ ਤ੍ਰਿਭਵਨ ਸੁੰਨਮ ਸੁੰਨੰ, ਚੌਥੈ ਸੁੰਨੈ ਜੋ ਨਰ ਜਾਣੈ, ਤਾਕੋ ਪਾਪ ਨਾ ਪੁੰਨੰ। ਸਹਿਜ ਮਨ ਰਾਤਾ, ਸਹਿਜੇ ਹੀ ਮਨ ਜਿਹੜਾ ਉਹ ਰਾਤਾ ਰੰਗਿਆ ਜਾਂਦਾ ਹੈ ਨਾਮ ਦੇ ਵਿੱਚ, ਤੇ ਸਹਿਜੇ ਹੀ ਉਹਨਾਂ ਦੀ ਧੀ ਜਿਹੜੀ ਬੁੱਧੀ ਹੈ ਉਹ ਸਮਾ ਜਾਂਦੀ ਹੈ ਸੁੰਨ ਅਫੁਰ ਸਰੂਪ ਦੇ ਵਿੱਚ, ਉਹਨਾਂ ਦੀ ਸਮਾਧੀ ਲੱਗ ਜਾਂਦੀ ਹੈ। ਤਜ ਹਉ ਲੋਭਾ ਏਕੋ ਜਾਤਾ। ਫਿਰ ਉਹਨਾਂ ਨੇ ਤਜ ਛੱਡ ਦਿੱਤਾ ਹੈ ਹਉਮੈ ਨੂੰ, ਦੇਹ ਦੀ ਹਉਮੈ ਨੂੰ ਵੀ ਛੱਡ ਦਿੱਤਾ ਹੈ, ਤੇ ਪਦਾਰਥਾਂ ਦੇ ਜੋੜ ਦੇ ਜਿਹੜਾ ਲੋਭਾ ਲਾਲਚ ਹੈ, ਪਦਾਰਥਾਂ ਦੇ ਇਕੱਤਰ ਕਰਨ ਦਾ ਲੋਭਾ ਲਾਲਚ ਵੀ ਉਹਨਾਂ ਨੇ ਛੱਡ ਦਿੱਤਾ ਹੈ। ਇੱਕੋ ਜਾਤਾ, ਇੱਕ ਪਰਮੇਸ਼ਰ ਨੂੰ ਹੀ ਜਾਣਿਆ ਹੈ। ਗੁਰ ਚੇਲੇ ਆਪਣਾ ਮਨ ਮਾਨਿਆ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਇਸ ਤਰੀਕੇ ਦੇ ਨਾਲ ਗੁਰ ਜੋ ਚੇਤਨ ਸਰੂਪ ਪਰਮੇਸ਼ਰ ਹੈ ਨਾ, ਤੇ ਚੇਲੇ, ਚੇਲੇ ਤੋਂ ਭਾਵ ਜਿਹੜਾ ਹੈ ਜੀਵ ਚੇਲਾ ਸਰੂਪ ਹੈ, ਗੁਰੂ ਪਰਮੇਸ਼ਰ ਚੇਤਨ ਸਰੂਪ ਹੈ, ਉਸ ਗੁਰ ਦੇ ਨਾਲ ਚੇਲੇ ਜੀਵ ਦਾ ਆਪਣਾ ਜਿਹੜਾ ਮਨ ਹੈ ਇਹ ਮਨ ਮੰਨ ਗਿਆ ਹੈ। ਅਸਵਾ ਸਿੱਖ ਦਾ ਜਦੋਂ ਮਨ ਗੁਰੂ ਦੇ ਉਪਦੇਸ਼ ਨਾਲ ਮੰਨ ਗਿਆ, ਤੇ ਫਿਰ ਇਹਨੇ ਇਸ ਅਵਸਥਾ ਨੂੰ ਜਾਣਿਆ ਹੈ, ਮਾਣਿਆ ਹੈ। ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤਉ ਹਰ ਜਾਣਿਆ। ਨਾਨਕ ਦੂਜਾ ਮੇਟ ਸਮਾਨਿਆ। ਫਿਰ ਜਗਤ ਗੁਰੂ ਜੀ ਕਹਿੰਦੇ, ਹੇ ਸਿੱਧੋ ਨਾਥੋ, ਫਿਰ ਅੰਦਰੋਂ ਦੂਜਾ ਪੁਣਾ ਮਿਟ ਗਿਆ, ਦੁਬਿਧਾ ਮਿਟ ਗਈ। ਫਿਰ ਤਾਂ ਇੱਕੋ ਦੇ ਨਾਲ ਹੀ ਸਾਂਝ ਬਣ ਗਈ। ਦੂਜੇ ਪੁਣੇ ਦੁਬਿਧਾ ਨੂੰ ਮੇਟ ਕੇ, ਦੁਐਤ ਨੂੰ ਮੇਟ ਕੇ, ਤੇ ਫਿਰ ਸਮਾਨਿਆ, ਸਮਾ ਗਿਆ ਪ੍ਰਭੂ ਦੇ ਵਿੱਚ। ਪਰ ਸਮਾਇਆ ਉਦੋਂ ਜਦੋਂ ਗੁਰੂ ਕੀ ਕਿਰਪਾ ਹੋਈ। ਗੁਰ ਕਿਰਪਾ ਜਿਹੇ ਨਰ ਕਉ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿਵੇਂ ਪਾਣੀ ਨਾਲ ਪਾਣੀ ਲੀਨ ਹੋ ਜਾਂਦਾ ਹੈ, ਇਸ ਤਰ੍ਹਾਂ ਫਿਰ ਜੀਵ, ਇਹ ਚੇਲਾ ਗੁਰੂ ਦੇ ਵਿੱਚ ਸਮਾ ਗਿਆ। ਸੋ ਇਹ ਜੀਵ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੇ ਵਿੱਚ ਸਮਾ ਗਿਆ। ਜਗਤ ਗੁਰੂ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਦੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ, ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਸੁਨ ਸਮਾਧ ਸਹਿਜ ਮਨ ਰਤ, ਤਜ ਹਉ ਲੋਭਾ ਏਕੋ ਜਾਤਾ। ਗੁਰ ਚੇਲੇ ਆਪਣਾ ਮਨ ਮਾਨਿਆ। ਨਾਨਕ ਦੂਜਾ ਮੇਟ ਸਮਾਨਿਆ। ਵਾਹਿਗੁਰੂ ਜੀ ਕਾ